ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਵੱਲੋਂ, ਸਰਦਾਰ ਜਸਬੀਰ ਸਿੰਘ ਪੱਟੀ ਅਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਅਤੇ ਸਾਡੇ ਤਮਾਮ ਪੱਤਰਕਾਰ ਸਾਹਿਬਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ ਸ਼ੁੱਕਰਵਾਰ, ਤਰੀਕ ਹੈ 17 ਸਤੰਬਰ, ਸਮਾਂ ਜੀ ਸ਼ਾਮ ਦੇ 6:30 ਦਾ। ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਸਾਡੇ ਨਾਲ ਇਸ ਵਕਤ ਲਾਈਵ ਜੁੜੇ ਹੋਏ ਹੋ। ਸੋ ਜਿਹੜੇ ਵੀਰ ਸਾਡੇ ਨਾਲ ਇਸ ਵਕਤ ਲਾਈਵ ਜੁੜੇ ਨੇ, ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਨੂੰ ਵੀ ਜੋ ਵੀ ਸਾਡੇ ਨਾਲ ਸੁਣ ਰਹੇ ਹੋ, ਇਹਨਾਂ ਨੂੰ ਪਲੀਜ਼ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਰੇਡੀਓ ਪੰਜਾਬ ਟੁਡੇ ਦਾ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਤੁਸੀਂ ਸਰਚ ਵੀ ਕਰ ਸਕਦੇ ਹੋ। ਤੁਹਾਨੂੰ ਇਸ ਤੋਂ ਇਲਾਵਾ ਐਪ ਦੇ ਉੱਤੇ ਤਮਾਮ ਖਬਰਾਂ ਸੁਣਨ ਨੂੰ ਮਿਲਦੀਆਂ ਨੇ, ਇਹੀ ਆਡੀਓ ਅਤੇ ਵੀਡੀਓਜ਼ ਵੀ ਤੁਹਾਨੂੰ ਉੱਥੇ ਸੁਣਨ ਨੂੰ ਮਿਲਦੇ ਨੇ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਲੰਡਨ ਕੈਨੇਡਾ ਤੋਂ ਜਗਜੀਤ ਸਿੰਘ ਵੱਲੋਂ ਅਤੇ ਪਿੰਡ ਭੈਣੀ ਵੜਿੰਗਾ ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ। ਸਰਦਾਰ ਬਲਬੀਰ ਸਿੰਘ ਉਸਮਾਨਪੁਰ, ਭਰਪੂਰ ਸਿੰਘ ਬਰਾੜ ਹੋਰੀ ਬੇਕਰਸਫੀਲਡ ਤੋਂ, ਹਰਜਾਪ ਜੀ ਹੋਰਾਂ ਵੱਲੋਂ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਏ 'ਚ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ, ਪੰਜਾਬੀ ਡਿਸਪੈਚ ਕਰਦੇ ਨੇ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 'ਤੇ ਕਾਲ ਕਰ ਸਕਦੇ ਹੋ। ਜਗਦੇਵ ਸੰਧੂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਟਰਾਂਸ ਕਨੇਡਾ ਚੱਲਦੇ ਹੋ ਤਾਂ ਤੁਹਾਨੂੰ ਬਿਲਕੁਲ ਸੈਂਟਰ 'ਚ ਪੈਂਦਾ ਜੀ ਅਕਾਲ ਟਰੱਕ ਐਂਡ ਟ੍ਰੇਲਰ, ਜੋ 82 ਰੇਨਮ ਡਰਾਈਵ ਫਾਰਮਰਸ ਰੋਡ ਵਿਨੀਪੈਗ ਮੈਨੀਟੋਬਾ 'ਚ ਹੈ। ਇੱਥੇ ਤੁਹਾਨੂੰ ਖੁੱਲ੍ਹੀ ਪਾਰਕਿੰਗ, ਵਾਸ਼, ਕੁਇਕ ਟਰੱਕ ਲਿਊਬ ਦੇ ਨਾਲ ਨਾਲ DOT ਸੇਫਟੀ, ਤਮਾਮ ਕਹਿਣ ਤੋਂ ਭਾਵ ਵੀ ਟਰੈਕਟਰ ਐਂਡ ਟ੍ਰੇਲਰ ਦਾ ਸਾਰਾ ਕੰਮ ਕਰਕੇ ਦਿੱਤਾ ਜਾਂਦਾ ਹੈ। 2044592000 204-459-2000 'ਤੇ ਕਾਲ ਕਰ ਸਕਦੇ ਹੋ। ਸੈਮੀ ਅਤੇ ਟ੍ਰੇਲਰ ਦਾ ਕੰਮ ਕਰਾਉਣ ਲਈ ਬਲਤੇਜ ਸਿੰਘ ਪਨੇਸਰ ਹੋਰਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 2020 CDL ਸਕੂਲ ਫਰੈਡਰਿਕਸਬਰਗ ਵਰਜੀਨੀਆ ਦੇ ਡਾਇਰੈਕਟਰਸ ਦਾ ਇਹ ਦਾਅਵਾ ਹੈ ਕਿ ਕਹਿੰਦੇ ਜੀ ਅਮਰੀਕਾ ਦੇ ਵਿੱਚ ਸਕੂਲ ਬੱਸ ਡਰਾਈਵਰਸ ਦੀ ਬੜੀ ਓਪਨਿੰਗ ਹੈ, ਬੜੀ ਲੋੜ ਹੈ, ਬੜੀ ਡਿਮਾਂਡ ਹੈ, ਤਾਂ ਤੁਸੀਂ ਇਹਨਾਂ ਕੋਲ ਆਓ ਅਤੇ 2020 CDL ਡਰਾਈਵਿੰਗ ਸਕੂਲ ਤੋਂ ਤੁਸੀਂ ਬੱਸ ਸਿੱਖੋ, ਟਰੱਕ ਸਿੱਖੋ, ਬਾਕਸ ਟਰੱਕ ਸਿੱਖੋ, ਟਰੈਕਟਰ ਟ੍ਰੇਲਰ ਸਿੱਖੋ, ਕਾਰ, ਕੁਛ ਵੀ ਸਿੱਖਣਾ ਤਾਂ ਇੱਥੇ ਆਓ। ਤੁਹਾਨੂੰ CDL ਕਲਾਸ A, B and P ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਫਰੈਂਚ, ਇੰਗਲਿਸ਼, ਸਪੈਨਿਸ਼, ਪੰਜਾਬੀ, ਹਿੰਦੀ, ਅਰੈਬਿਕ, ਉਰਦੂ ਵਰਗੀਆਂ ਭਾਸ਼ਾਵਾਂ ਇਹਨਾਂ ਦੇ ਇੰਸਟਰਕਟਰ ਬੋਲਦੇ ਨੇ। ਅਤੇ ਜੇਕਰ ਤੁਹਾਨੂੰ ਟਿਊਸ਼ਨ ਫੀ ਦੇ ਲਈ ਕੋਈ ਫਾਈਨੈਂਸ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਇਹ ਵੀ ਮਦਦ ਕਰਦੇ ਨੇ। ਤੁਸੀਂ ਇਹਨਾਂ ਨਾਲ ਕਾਲ ਕਰ ਸਕਦੇ ਹੋ 5406560985 'ਤੇ 540-656-0985 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਮਰੀਕਾ ਦੇ ਵਿੱਚ ਇੱਕ ਮੰਨਿਆ ਪ੍ਰਮੰਨਿਆ ਨਾਂ ਹੈ ਜੀ ਸ਼ਾਨ ਇਮੀਗ੍ਰੇਸ਼ਨਸ ਕੰਸਲਟੈਂਟ ਇਮੀਗ੍ਰੇਸ਼ਨ ਸਰਵਿਸਿਜ਼। ਗੁਰਸ਼ਰਨ ਸਿੱਖ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 5102009988 ਦੇ ਉੱਤੇ। ਇਹ ਕਹਿੰਦੇ ਆ ਜੀ ਤੁਸੀਂ ਇੱਕ ਵਾਰੀ ਇਹਨਾਂ ਨੂੰ ਕਾਲ ਜ਼ਰੂਰ ਕਰੋ। ਸਿੱਖੋ ਇਮੀਗ੍ਰੇਸ਼ਨ ਸਰਵਿਸਿਜ਼ ਤੁਹਾਨੂੰ ਸਿਟੀਜ਼ਨਸ਼ਿਪ, ਵਰਕ ਪਰਮਿਟ, ਫੈਮਿਲੀ ਪਟੀਸ਼ਨਸ, OCI ਕਾਰਡ, ਇੰਡੀਅਨ ਪਾਸਪੋਰਟ ਪ੍ਰੋਸੈਸ ਸਰਵਿਸ, ਕੋਰਟ ਫਾਈਲਿੰਗ, ਨੋਟਰੀ ਪਬਲਿਕ ਅਤੇ ਐਮਰਜੈਂਸੀ ਵੀਜ਼ਾ ਦੇ ਲਈ ਤੁਹਾਨੂੰ ਮਦਦ ਕਰਦੇ ਨੇ। ਕਿਸੇ ਵੀ ਹੋਰ ਕੰਸਲਟੈਂਟ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਵਾਰੀ ਗੁਰਚੰਦ ਸਿੱਖੋਂ ਕਹਿੰਦੇ ਮੇਰੇ ਨਾਲ ਜ਼ਰੂਰ ਗੱਲ ਕਰ ਲਓ 5102009988 'ਤੇ। ਕੁਛ ਹੋਰ ਵਪਾਰਕ ਸੁਨੇਹੇ ਅਤੇ ਫਿਰ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜਨਗੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 6017977354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ।
ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜ ਗਏ ਨੇ। ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। सत श्रीकाल जी। पट्टी साहब, जिस बात का डर था वही बातें जो है ना, कहते हैं जिस गल का डर सी वही गल्लां सामने आउंदियां नज़र आ रही ने। जी जी सिख पार्लीमेंट ते सिख अदालत जी जी बहुत वड्डा ਨਾਂ है जी। बड़े इस दे उत्ते लोकां नूं इह भी सी कि सिखां दे सर्वउच्च अदालत अकाल तख्त साहब जो उत्थों हुक्म आ गया सारे सिख मंनदे ने, सिर झुका के मंनदे ने। पर दुख उदों हुंदा है जदों साडे तख्तां दे मामले अदालतां 'ਚ जाण ते फिर उस दे उत्ते अदालत फैसला देवे। ताज़ा तरीन घटना पटना साहब दी है जी, की कहोगे? मेरे ख्याल शायद अकाल तख्त के इतिहास दे विच एक पहली घटना वापरी होएगी जदों कोई तख्त दा जथेदार खुद जिहड़ा वा वो अदालत 'ਚ गया होवे जी। भाई रणजीत सिंह दे टाइम ते उन्हां नूं सस्पेंड कीता गया सी, डिसमिस नहीं किया गया जी। वो अदालत का दरवाजा खड़का सकते, लेकिन उन्होंने कहा बिल्कुल नहीं। जिहड़ियां साड़ियां मर्यादा ते सिद्धांत ते परंपरा उन्हां दा भंग नहीं कीता जो जथेदारियां आउंदियां जांदियां रहिंदियां। जी जी। ਗਿਆਨੀ ਇਕਬਾਲ ਸਿੰਘ ਜਿੰਨਾ ਸਮਾਂ ਵੀ ਉੱਥੇ ਤਖਤ ਤੇ ਰਹੇ ਨੇ, ਆਮ ਤੌਰ ਤੇ ਇਹ ਚਰਚਾ ਦੇ ਵਿਸ਼ਾ ਰਿਹਾ। ਭਾਵੇਂ ਇਹਨਾਂ ਦੀ ਇੱਕ ਤੋਂ ਵੱਧ ਪਤਨੀਆਂ ਦਾ ਮਾਮਲਾ ਹੋਵੇ, ਭਾਵੇਂ ਇਹਨਾਂ ਦੇ ਬੇਟੇ ਵੱਲੋਂ ਜਿਹੜਾ ਇਹ ਸ਼ਰਾਬ ਪੀਣ ਤੇ ਸਿਗਰਟ ਬੀੜੀ ਫੜੇ ਜਾਣ ਤੇ ਹੋਣੇ, ਭਾਵੇਂ ਇਹਨਾਂ ਦੀ ਜਿਹੜੀ ਆ 2014 ਵਿੱਚ ਜਦੋਂ ਗੁਰੂ ਸਾਹਿਬ ਦਾ ਦਿਹਾੜਾ ਪ੍ਰਕਾਸ਼ ਕਰਾਇਆ ਜਾ ਰਿਹਾ ਸੀ ਤੇ ਬਕਾਇਦਾ ਤੌਰ ਤੇ ਲੜਾਈ ਹੋਈ ਤੇ ਸਿਰ ਪਾਟੇ ਤੇ ਇਹ ਸਾਰੀਆਂ ਮਰਿਆਦਾ ਦੀ ਲੰਘਣਾ ਕਰਕੇ ਬਕਾਇਦਾ ਤੌਰ ਤੇ ਗਲ 'ਚ ਪੱਗ ਪਈ ਸੀ ਤੇ ਵਾਲ ਖਿਲਰੇ ਸੀ ਤੇ ਥਾਣੇ ਗਿਆ ਸੀ ਤੇ ਜਾ ਕੇ ਮੁਨਸ਼ੀ ਦੇ ਬੈਂਚ ਦੇ ਵਿੱਚ ਸਾਹਮਣੇ ਜੀ। ਇਹ ਪਰੰਪਰਾ ਦਾ ਜਿੰਨਾ ਕੁ ਕਾਣ ਗਿਆਨੀ ਇਕਬਾਲ ਸਿੰਘ ਨੇ ਕੀਤਾ ਉਹਨਾਂ ਕਿਸੇ ਵੀ ਨਹੀਂ ਕੀਤਾ। ਫਿਰ ਇਹ ਗੱਲ ਕਹਿਣੀ ਜਾ ਕੇ ਅਦਾਲਤ ਦੀ ਜਿਹੜੇ ਪੰਜਾਬ ਤੋਂ ਬਾਹਰ ਦੇ ਤਖਤ ਵੱਖਰੇ ਨੇ ਤੇ ਪੰਜਾਬ ਦੇ ਤਖਤ ਵੱਖਰੇ ਨੇ, ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਇਹਨਾਂ ਦੀਆਂ ਪਰੰਪਰਾਵਾਂ ਵੱਖੋ ਵੱਖਰੀਆਂ ਨੇ। ਪਰੰਪਰਾ ਵੱਖੋ ਵੱਖਰੀ ਨੇ, ਸਥਾਨ ਨਹੀਂ ਚੇਂਜ ਕਰ ਸਕਦੇ। 5 ਤਖਤ ਅੱਜ ਵੀ ਬਕਾਇਦਾ ਤੌਰ ਤੇ ਨੋਟੀਫਾਈਡ ਨੇ। ਇੱਕ ਤਖਤ ਬਾਅਦ ਚ ਆਇਆ ਜਿਹੜਾ ਦਮਦਮਾ ਸਾਹਿਬ, ਬਾਕੀ 4 ਤੇ ਪਹਿਲਾਂ ਨੋਟੀਫਾਈਡ ਤਖਤ ਹੈਗੇ ਸੀ ਸਿੱਖਾਂ ਦੇ ਤਖਤ। ਉਸ ਚੀਜ਼ ਨੂੰ ਵੀ ਗਿਆਨੀ ਇਕਬਾਲ ਸਿੰਘ ਨੇ ਬਕਾਇਦਾ ਤੌਰ ਤੇ ਜਿਹੜੀ ਸੀ ਕਿਸੇ ਤਰੀਕੇ ਨਾਲ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਇੱਕ ਵਾਰੀ ਇਹਨੇ ਜਥੇਦਾਰ ਅਕਾਲ ਤਖਤ ਨੂੰ ਤਲਬ ਕਰ ਲਿਆ ਜੀ। ਤਲਬ ਕਰਨ ਤੋਂ ਬਾਅਦ ਜਦੋਂ ਇਹ ਅਕਾਲ ਤਖਤ ਤੇ ਮੀਟਿੰਗ 'ਚ ਭਾਗ ਲੈਣ ਆਇਆ ਤੇ ਇਹਨੂੰ ਬਾਹਰ ਹੀ ਮੋੜਤਾ ਸੀ, ਤੁਸੀਂ ਗਿਆਨੀ ਜੀ ਜਾਓ, ਤੁਸੀਂ ਮੀਟਿੰਗ 'ਚ ਭਾਗ ਨਹੀਂ ਲੈ ਸਕਦੇ। ਲੇਕਿਨ ਉਦੋਂ ਉੱਥੇ ਸਰਨਿਆਂ ਦਾ ਸੀ ਪ੍ਰਧਾਨਗੀ, ਤੇ ਜਦੋਂ ਸਰਨੇ ਚਲੇ ਗਏ ਤੇ ਬਾਦਲ ਦੀ ਆ ਗਈ ਤੇ ਬਾਦਲ ਨੇ ਫਿਰ ਕਿਹਾ ਨਹੀਂ ਬਈ ਆਪਣਾ ਜਥੇਦਾਰ ਇਹਨੂੰ ਆਪਣੇ ਮੀਟਿੰਗ 'ਚ ਵਾੜ ਲਿਆ ਕਰੋ। ਪਹਿਲਾਂ ਗਿਆਨੀ ਗੁਰਬਚਨ ਸਿੰਘ ਨੇ ਬਕਾਇਦਾ ਤੌਰ ਤੇ ਕਿਹਾ ਸੀ ਇਹ ਮੀਟਿੰਗ 'ਚ ਹਾਜ਼ਰ ਨਹੀਂ ਹੋਏ, ਲੇਕਿਨ ਫਿਰ ਇਹ ਮੀਟਿੰਗ 'ਚ ਹਾਜ਼ਰ ਵੀ ਹੋਇਆ। ਤੇ ਹੁਣ ਨਵੀਂ ਜਿਹੜੀ ਘਟਨਾ ਵਾਪਰੀ ਹੈ
2019 ਦੇ ਵਿੱਚ ਇਹਨੇ ਅਸਤੀਫਾ ਦਿੱਤਾ, ਜੀ ਅਗਲਿਆਂ ਨੇ ਅਸਤੀਫਾ ਮਨਜ਼ੂਰ ਕਰ ਲਿਆ। ਉੱਥੇ ਬਕਾਇਦਾ ਤੌਰ ਤੇ ਗਿਆਨੀ ਰਣਜੀਤ ਸਿੰਘ ਗੌਰ, ਜਿਹੜੇ ਸੰਤ ਮਸਕੀਨ ਸਿੰਘ ਦੇ ਜਿਹੜੇ ਸੀ, ਸੰਤ ਸਿੰਘ ਮਸਕੀਨ ਦੇ ਚੇਲੇ ਸਨ, ਉਹਨਾਂ ਨੂੰ ਜਥੇ ਰਲਾਇਆ ਗਿਆ। ਭਾਵੇਂ ਕਿ ਮਰਿਆਦਾ ਦੀ ਉਲੰਘਣਾ ਉਹਨਾਂ ਨੇ ਬੜੀ ਵਾਰੀ ਕੀਤੀ, ਉਹਨਾਂ ਨੂੰ ਮਰਿਆਦਾ ਦੀ ਬਹੁਤੀ ਜਾਣਕਾਰੀ ਨਹੀਂ ਹੈਗੀ, ਮਰਿਆਦਾ ਅਸਲ ਕੀ ਹੈਗੀ। ਦੇਖੋ, ਮਰਿਆਦਾ ਤੁਸੀਂ ਚੇਂਜ ਨਹੀਂ ਕਰ ਸਕਦੇ, ਪਰੰਪਰਾ ਲੱਗਣਾ ਕੁਝ ਵਧੀਆ ਦੋ ਤਖਤਿਆਂ ਨੇ, ਮਰਿਆਦਾ ਇੱਕੋ ਰਹੇਗੀ। ਹੁਣ ਇਹਨੇ ਜਵਾਨੇ ਕੀ ਕੀਤਾ, ਜਿਹੜਾ ਗਿਆਨੀ ਇਕਬਾਲ ਸਿੰਘ ਆ, ਜਦੋਂ ਤੁਸੀਂ ਅਸਤੀਫਾ ਦੇਤਾ, ਪਾਸੇ ਹੋ ਗਏ ਹੋ, ਤੇ ਫਿਰ ਤੁਹਾਨੂੰ ਉੱਥੇ ਜਾ ਕੇ ਕੋਈ ਆਪਣਾ ਝਗੜਾ ਕਰਦਾ ਕੋਈ ਤੁੱਕ ਨਹੀਂ ਬਣਦੀ। ਖੈਰ ਚਲੋ, ਕਮੇਟੀ ਤਕੜੀ ਸੀ, ਉਹਨਾਂ ਨੇ ਇਹਨੂੰ ਕਿਹਾ ਭਾਈ ਆਪਣਾ ਬੋਰੀਆ ਪੱਤਾ ਚੁੱਕ ਕੇ ਬਾਹਰ ਸੁੱਟ ਦਿਆਂਗੇ, ਤੇ ਇਹਨੂੰ ਉੱਥੋਂ ਮੁੜ ਕੇ ਅੰਮ੍ਰਿਤਸਰ ਆਉਣਾ ਪਿਆ। ਅੰਮ੍ਰਿਤਸਰ ਵੱਡੀ ਕੋਠੀ ਪਾਈ ਜਵਾਨ ਨੇ। ਇਸ ਕਰਕੇ ਇਹ ਆਪ ਨਹੀਂ ਕੋਰਟ ਚ ਗਿਆ, ਇਹਦਾ ਕੇਸ ਪਹਿਲਾਂ ਚੱਲਦਾ ਅਜੇ। 2014 ਦੇ ਵਿੱਚ ਜਿਹੜਾ ਇਹਨਾਂ ਦਾ ਕੇਸ ਹੋਇਆ ਸੀਗਾ, ਕਾਊਂਟਰ ਕੇਸ ਹੋਇਆ ਸੀ ਦੋਵੇਂ ਪਾਸਿਆਂ ਤੋਂ, ਉਹ ਸ਼ਾਇਦ ਕੇਸ ਨੂੰ ਚੱਲ ਰਿਹਾ ਵਾ ਜੀ। ਲੇਕਿਨ ਉਸ ਕੇਸ ਦੇ ਸਮੇਂ ਜਿਹੜੀ ਸੀ ਬੜੀ ਲਾਪਾ ਲੋਕਾਂ ਨੇ ਕੀਤੀ ਸੀ, ਇਹ ਜਥੇਦਾਰ ਨਹੀਂ, ਜਥੇਦਾਰ ਵਾਲੇ ਕੰਮ ਨਹੀਂ ਹੈ ਕਿ ਵੀ ਜਥੇਦਾਰ ਜੋ ਮਰਜ਼ੀ ਹੋ ਜਾਏ। ਅਸੀਂ ਕਹਿੰਦੇ ਜਥੇਦਾਰ ਜਿਹੜਾ ਸਾਡਾ ਤਖਤ ਦਾ ਜਥੇਦਾਰ, ਕਿਸੇ ਨੂੰ ਜਵਾਬ ਦੇ ਨਹੀਂ। ਤੇ ਇਹ ਆਪ ਜਾ ਕੇ ਥਾਣੇ ਮੁਨਸ਼ੀ ਦੇ ਸਾਹਮਣੇ ਬੈਠਾ, ਜਾ ਕੇ ਮੇਰੀ ਜਬ ਰਿਪੋਰਟ ਦਾ ਜ਼ਿਕਰ ਦੱਸੋ। ਉਦੋਂ ਮਰਿਆਦਾ ਦਾ, ਪਰੰਪਰਾ ਦਾ ਘਾਣ ਪੂਰਾ ਕੀਤਾ ਗਿਆ, ਲੇਕਿਨ ਸਾਡੇ ਜਿਹੜੇ ਸੀ ਪੋਲੀਟੀਕਲ ਆਗੂ, ਉਹਨਾਂ ਨੇ ਉਹਨੂੰ ਬਰਦਾਸ਼ਤ ਕੀਤਾ। ਹੁਣ ਜਦੋਂ ਇਹਨੇ ਅਸਤੀਫਾ ਦਿੱਤਾ, ਅਸਤੀਫਾ ਦੇਣ ਤੋਂ ਬਾਅਦ ਇੱਕ ਮਨਮੀਤ ਸਿੰਘ ਨਾਂ ਦਾ ਵਿਅਕਤੀ ਆ, ਉਹ ਇਹਦੇ ਮੁੰਡੇ ਗੁਰਪ੍ਰਸਾਦ ਸਿੰਘ ਦਾ ਦੋਸਤ ਆ ਜੀ। ਮਨਮੀਤ ਸਿੰਘ ਕੌਣ ਆ? ਮਨਮੀਤ ਸਿੰਘ ਦੀ ਉੱਥੇ ਇੱਕ ਟਰੱਕ ਸ਼ਰਾਬ ਦਾ ਫੜਿਆ ਗਿਆ ਸੀਗਾ ਪਟਨਾ ਸਾਹਿਬ ਦੇ ਵਿੱਚ। ਅੱਛਾ ਜੀ। ਉਹਦੇ ਤੇ ਕੇਸ ਚੱਲਦਾ ਹੋ ਵੀ ਜਦੋਂ ਉੱਥੇ ਸ਼ਰਾਬ ਬੰਦੀ ਹੈ, ਤੂੰ ਟਰੱਕ ਕਿਵੇਂ ਲੈ ਕੇ ਆਇਆ। ਹੁਣ ਉਹਨੇ ਜਾ ਕੇ ਅਦਾਲਤ ਚ ਕੇਸ ਕਰਤਾ। ਉਹਦੇ ਵਿੱਚ ਮੈਂ ਜੋ ਮਹਿਸੂਸ ਕਰਦਾ ਵੀ ਸਹੀ ਤਰੀਕੇ ਨਾਲ ਜਿਹੜੀ ਕਮੇਟੀ ਆ, ਉਹ ਆਪਣਾ ਪੱਖ ਨਹੀਂ ਪੇਸ਼ ਕਰ ਸਕਦੀ, ਸਹੀ ਤਰੀਕੇ ਨਾਲ ਆਪਣੇ ਵਕੀਲਾਂ ਨੂੰ ਨਹੀਂ ਦੱਸ ਸਕਦੀ ਪੱਖ ਕੀ ਹੈ ਜੀ। ਇਹ ਕਹਿੰਦੇ ਰਹੇ ਵੀ ਉਹਨੇ ਅਸਤੀਫਾ ਦਿੱਤਾ, ਲੇਕਿਨ ਅਸਤੀਫਾ ਉਹ ਕਹਿੰਦਾ ਮੈਂ ਅਸਤੀਫਾ ਦੇ ਦਿੱਤਾ, ਅਸਤੀਫਾ ਨਾਲ ਜਾਲੀ ਬਣਾਇਆ। ਉਹ ਕਹਿੰਦੇ ਅਸਤੀਫਾ ਦਿੱਤਾ ਵਾ। ਕੋਰਟ ਨੇ ਹੁਣ ਹੁਕਮ ਕਰ ਦਿੱਤੇ ਆ ਵੀ ਗਿਆਨੀ ਇਕਬਾਲ ਸਿੰਘ ਨੂੰ ਜਿਹੜਾ ਬਹਾਲ ਕੀਤਾ ਜਾਵੇ ਤੇ ਇਹਦੇ ਪਿਛਲੇ ਡਿਊਜ਼ ਦਿੱਤੇ ਜਾਣ, ਸਾਰੇ 1 ਮਹੀਨੇ ਦੇ ਸਾਰੇ ਅਦਾ ਕੀਤੇ ਜਾਣ। ਜਿਹੜੇ ਉੱਥੇ ਮੈਨੇਜਰ ਨੇ ਅੱਜ ਕੱਲ ਜੀ, ਜਗਜੀਤ ਸਿੰਘ ਜੱਗੀ, ਉਹ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਹੁੰਦੇ ਸੀ। ਅੱਛਾ ਜੀ। ਉਹਨਾਂ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਇੰਨੀ ਗੱਲ ਕਹੀ ਜੀ ਵੇਖੋ ਬਾਕੀ ਗੱਲਾਂ ਛੱਡੋ, ਜਿਹੜੀਆਂ ਪਰੰਪਰਾਵਾਂ ਦਾ ਇਹਨੇ ਮਰਿਆਦਾ ਦਾ ਘਾਣ ਕੀਤਾ, ਉਹ ਤੇ ਆਪਣਾ ਮੋੜ ਹੀ ਨਹੀਂ ਸਕਦਾ ਨਾ। ਇੱਕ ਲੀਹ ਪਾਤੀ, ਹੁਣ ਕੋਈ ਵੀ ਜਿਸ ਦਾ ਉੱਠ ਕੇ ਤੁਰ ਪੂਗਾ। ਗੱਲ ਉਹ ਸਹੇ ਤੇ ਪੈਸੇ ਵਾਲੀ ਆ ਗਈ ਨਾ, ਜੋ ਜੱਟ ਦੇ ਸਹੇ ਤੇ ਪੈਸੇ ਵਾਲੀ, ਬਸ ਉਹ ਆ ਚੀਜ਼ ਹੈ ਜੀ ਜੀ ਜੀ। ਇਹਦਾ ਹੁਣ ਉਦੋਂ ਰੌਲਾ ਪਿਆ ਜਦੋਂ ਇਹਨੇ ਇੱਕ ਤੋਂ ਵੱਧ ਪਤਨੀਆਂ ਰੱਖੀਆਂ, ਤੇ ਇਹਦਾ ਰੌਲਾ ਪਿਆ 4 ਪਤਨੀਆਂ ਸੀ ਇਹਦੀਆਂ ਜਵਾਬ ਜੀ। ਦੱਸ ਉਦੋਂ ਇਹਦਾ ਫਾਹਾ ਨਹੀਂ ਵੱਢਿਆ ਗਿਆ। ਜਦੋਂ ਇਹਨੂੰ ਅਕਾਲ ਤਖਤ ਤੇ ਇੰਨੀ ਗੱਲ ਕਹੀ ਗਈ, ਮੈਂ ਇਹਨੂੰ ਪੁੱਛਿਆ, ਮੈਂ ਜਥੇਦਾਰ ਜੀ ਤੁਹਾਡਾ ਉਹ ਇੱਕ ਤੋਂ ਵੱਧ ਪਤਨੀ ਰੱਖਣ ਰੌਲਾ ਪਾਉਣ ਡਿਆ, ਤੇ ਕੋਈ ਜਵਾਬ ਕੀ ਸੀ ਇਹਦਾ ਸੁਣਨ ਵਾਲਾ ਜੀ। ਕਹਿੰਦਾ ਗੁਰੂ ਸਾਹਿਬ ਨੇ 3 ਰੱਖੇ ਸੀ, ਮੈਂ 4 ਰੱਖੇ, ਤੇ ਫਿਰ ਕਿਹੜੀ ਆਖਰ ਫਿੱਟੇ ਮੂੰਹ ਤੇਰੇ। ਅਸੀਂ ਰੌਲਾ ਪਾਉਣੇ ਆ ਕਿ ਜਿਹੜਾ ਡੇਰੇ ਵਾਲਾ ਉਹਨੇ ਬਾਣਾ ਕਿਉਂ ਪਾ ਲਿਆ। ਹਾਂ, ਫਿਰ ਮੇਰੀ ਥੋੜੀ ਗਰਮੀ ਹੋ ਗਈ। ਫਿਰ ਜਥੇਦਾਰ ਬਾਕੀ ਵਿੱਚ ਪੈਰ ਤੋਂ ਠੰਡੇ ਉੱਠਿਆ ਕੀਤਾ ਵੀ ਚਲੋ ਜਾਣਦੇ ਗੁੱਸੇ ਦੇ ਨੂੰ ਸਮਝਾ ਦਿੰਦੇ ਸੀ। ਮੈਂ ਕਿਹਾ ਤੁਸੀਂ ਕੀ ਸਮਝਾਉਣਾ ਇਹਨੂੰ, ਇਹ ਸਮਝਾਉਣ ਤੋਂ ਬਾਹਰ। ਤਾਂ ਮਤਲਬ ਇੱਕੋ ਜਵਾਬ। ਇਹਨੇ ਇੱਕ ਮੈਂ ਗੱਲ ਤੁਹਾਨੂੰ ਦੱਸ ਨਹੀਂ ਸਕਦਾ, ਉਹ ਮੈਂ ਗੱਲ ਇਹਦੇ ਨਾਲ ਕੀਤੀ ਤੋਂ ਕੁਦਰਤੀ ਮੈਂ ਲਿਖਣ ਡਿਆ ਸੀ, ਟਾਈਪ ਕਰਨ ਡਿਆ ਸੀ, ਤੇ ਮੈਂ ਜੋ ਪੁੱਛਿਆ ਇਹਨੂੰ, ਜੇ ਉਹਨੇ ਜਵਾਬ ਦਿੱਤਾ ਮੈਂ ਲਿਖਤਾ, ਤੇ ਮੈਨੂੰ ਅਗਲੇ ਨਾਲ ਫੋਨ ਆ ਗਿਆ ਸੀ ਰੀਡਰ ਦਾ, ਅਖਬਾਰ ਵਾਲੇ ਦਾ। ਅੱਛਾ ਜੀ। ਉਹ ਕਹਿੰਦਾ ਸੀ ਆਪਣੀ ਅਖਬਾਰ ਆ, ਕੋਕ ਸ਼ਾਸਤਰ ਨਹੀਂ ਹੈਗਾ, ਇਹੋ ਜਿਹੀ ਗੱਲ ਨਹੀਂ ਲਿਖੀ ਮੁੜ ਕੇ। ਮੈਂ ਕਿਹਾ ਜੇ ਲਿਖੀ ਮੈਂ ਕੀ ਕਰ ਸਕਦਾ, ਉਹ ਤਾਂ ਲੇਖ ਚ ਲਿਖਣੀਆਂ ਲਿਖੀ ਕੀ ਹੁਣ ਕੋਈ ਗੱਲ। ਮਤਲਬ ਇਹੋ ਜਿਹੀਆਂ ਗੱਲਾਂ ਇਹ ਕਰਦਾ ਤੇ ਇਹੋ ਜਿਹੇ ਕੰਮ ਕਰਦਾ ਵਾ। ਇਹਦੇ ਮੁੰਡੇ ਤੇ ਬਕਾਇਦਾ ਤੌਰ ਤੇ ਸ਼ਰਾਬ ਪੀਣ ਦੀ ਫੋਟੋ ਅਤੇ ਵੀਡੀਓ ਵਾਇਰਲ ਹੋਈ। ਬਿਲਕੁਲ ਹੋਈ ਹੈ ਜੀ ਉਦੋਂ, ਬਿਲਕੁਲ ਠੀਕ ਹੈ ਜੀ। ਜੇ ਤੂੰ ਆਪਣਾ ਘਰ ਨਹੀਂ ਸੰਭਾਲਿਆ, ਲੋਕਾਂ ਨੂੰ ਕੀ ਸੰਭਾਲੇਗਾ ਤੂੰ ਉੱਥੇ। ਇਹ ਤਾਂ ਫਿਰ ਇਹਦਾ ਸ਼ਰਿਆਂ ਵੀ ਪਤਾ, ਫਿਰ ਇਹ ਲੋਕ ਘਾਣ ਸਿੱਖੀ ਦੇ ਰਹਿਤ ਮਰਿਆਦਾ ਦਾ ਘਾਣ ਕਰਨ ਦੇ ਲਈ ਹੀ ਉੱਥੇ ਲਾਏ ਗਏ ਸਨ ਜੀ ਜੀ। ਹੁਣ ਤੁਹਾਨੂੰ ਪਤਾ ਹੋਏਗਾ, ਇਹਨੂੰ ਜਦੋਂ ਪੁੱਛਿਆ ਗਿਆ ਸੀ, ਜਦੋਂ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ, ਤਾਂ ਇੱਕ ਦਮਦਮੀ ਟਕਸਾਲ ਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, 2 ਵਿਅਕਤੀ ਗਿਆ ਸੀ, ਬਾਕੀ ਕੋਈ ਸਿੱਖ ਨਹੀਂ ਸੀ। ਇਹਨੂੰ ਪੁੱਛਿਆ ਗਿਆ ਸੀ ਤੁਹਾਡੇ RS ਨਾਲ ਕੀ ਸੰਬੰਧ ਹੈ, ਕਹਿੰਦਾ ਸੀ ਮੇਰਾ ਜਨਮ ਹੀ RS ਦੇ ਵਿੱਚ। ਅੱਛਾ।
ਤੇ ਬਾਕੀ ਕੀ ਰਹਿ ਗਿਆ ਹੁਣ ਉੱਥੇ, ਬਾਕੀ ਕਰਾਂਗੇ ਫਿਰ ਆਪਾਂ। ਤਾਂ ਕਹਿਣ ਦੀ ਲੋੜ ਹੀ ਨਹੀਂ, ਫਿਰ ਤਾਂ ਗੱਲ ਹੁਣ ਜਗਜੀਤ ਸਰ ਇਹ ਗੱਲ ਕਹਿੰਦੇ ਆ ਵੀ ਇਹ ਜਿਹੜਾ ਫੈਸਲਾ ਵਾ ਇਹ ਸਿਆਸਤ ਤੋਂ ਪ੍ਰੇਰਿਤ ਆ। ਅਸੀਂ ਆਪਣਾ ਪੱਖ ਰੱਖਿਆ ਸੀ, ਇਹਦਾ ਡਿਜ਼ਾਈਨ ਪੇਸ਼ ਕੀਤਾ ਸੀ, ਸਭ ਕੁਝ ਰੱਖਿਆ ਸੀ, ਸਿਧਾਂਤ ਰੱਖਿਆ ਸੀ, ਮਰਿਆਦਾ ਰੱਖੀ ਸੀ, ਫੈਸਲਾ ਹੋ ਗਿਆ, ਕੋਈ ਗੱਲ ਨਹੀਂ। ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ, ਬਕਾਇਦਾ ਤੌਰ ਤੇ ਸਟੇ ਲਵਾਂਗੇ ਉੱਥੇ। ਨਾ ਪਹਿਲਾਂ ਕਿਉਂ ਨਹੀਂ ਇਹਨਾਂ ਨੇ ਫਿਰ ਲੜੇ ਵੀ? ਪਰ ਦੱਸੋ ਰਹਿਤ ਮਰਿਆਦਾ ਕੀ ਹੁੰਦੀ ਹੈ? ਇਹ ਕੋਈ ਨੌਕਰੀ ਥੋੜਾ ਹੈਗਾ ਨਾ ਜੀ। ਹਾਂ, ਤੁਸੀਂ ਇਹ ਗੱਲ ਸਮਝੇ ਨਹੀਂ। ਉਹਨਾਂ ਨੇ ਕਹਿਤਾ ਜੀ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਫੈਸਲਾ ਜਿਹੜਾ। ਅੱਛਾ ਜੀ। ਉਹਨਾਂ ਕਹਿਤਾ ਸਿਆਸਤ ਤੋਂ ਪ੍ਰੇਰਿਤ। ਤੁਹਾਨੂੰ ਪਤਾ ਉੱਥੇ ਬੀਜੇਪੀ ਦੀ ਗਵਰਨਮੈਂਟ। ਹਾਂ ਬੀਜੇਪੀ ਦੀ ਗਵਰਨਮੈਂਟ ਹੋਣ ਕੇ ਅੱਜ ਕੱਲ ਜੋ ਸਾਡੀ ਅਦਾਲਤਾਂ ਦਾ ਹਾਲ ਤੁਹਾਨੂੰ ਪਤਾ ਤੇ ਸਾਨੂੰ ਪਤਾ, ਜੇ ਸਾਰਿਆਂ ਨੂੰ ਬਿਲਕੁਲ ਸਿਆਣੀ ਗੱਲ ਹੈ। ਇਸੇ ਕਰਕੇ ਉਹਨਾਂ ਦਾ ਇਹ ਦੋਸ਼ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ ਤੇ ਇਸ ਨੂੰ ਅੱਪਰ ਕੋਰਟ ਦੇ ਵਿੱਚ ਜਿਹੜਾ ਸੀ ਉਹ ਚੈਲੰਜ ਕਰਾਂਗੇ। 3-4 ਸਾਲ ਹੋਣ ਲੰਘ ਗਏ, 10 ਸਾਲ ਫਿਰ ਲੰਘ ਜਾਣਗੇ, ਜੇ ਉਦੋਂ ਗਾ ਚਲੇ ਗਏ ਤੇ ਫਿਰ 20 ਸਾਲ ਲੰਘ ਜਾਣਗੇ ਤੇ ਬਾਕੀ ਖਤਮ, ਜੋ ਮਰਜ਼ੀ ਕਰ ਲੈਣ। ਗਾਂਧੀਵਾਲੀਆ ਸਾਹਿਬ ਇੱਕ ਮੈਂਬਰ ਸੀਗਾ ਐਸਜੀਪੀਸੀ ਦਾ ਜੀ, ਉਹਨੇ ਬਹੁਤ ਥੋੜੀ ਕੁਝ ਰੁਪਈਆਂ ਦੀ ਹੀਰਾਫੇਰੀ ਕੀਤੀ ਸੀ ਆਪਣੇ ਬਿਲਬੁਲ ਦੇ ਵਿੱਚ। ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਜਦੋਂ ਪਤਾ ਲੱਗਾ ਤੇ ਉਹਨੇ ਕਿਹਾ ਅਸਤੀਫਾ ਦੇ ਦੇ, ਕਹਿੰਦਾ ਮੈਂ ਨਹੀਂ ਦਿੰਦਾ। ਉਹ ਉਹਨੂੰ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੇਸ ਪਾਇਆ ਸੀ ਦੇ ਖਿਲਾਫ ਜੀ। ਜੁਡੀਸ਼ੀਅਲ ਕਮਿਸ਼ਨ ਨੇ ਬਿਲਕੁਲ ਨੂੰ ਡਿਸਮਿਸ ਕੀਤਾ ਸੀਗਾ ਤੇ ਉਹਨੂੰ ਕਿਹਾ ਸੀ ਜਥੇਦਾਰ ਟੌੜਾ ਨੂੰ ਜਿੱਥੇ ਮਰਜ਼ੀ ਚੱਲ, ਤੈਨੂੰ ਮੈਂ ਬਹਾਲ ਨਹੀਂ ਹੋਣ ਦੇਣਾ। ਤੇ ਵਾਕਿਆ ਉਹਨੂੰ ਬਹਾਲ ਨਹੀਂ ਹੋਣ ਦਿੱਤਾ। ਅੱਜ ਲੋਕੀ ਹਾਈ ਕੋਰਟ ਤੋਂ ਜਾ ਕੇ ਸਟੇ ਲੈਂਦੇ ਉਸੇ, ਕਿਉਂਕਿ ਉਦੋਂ ਜਥੇਦਾਰ ਟੌੜਾ ਨੇ ਪੈਰਵਾਈ ਪੂਰੀ ਕੀਤੀ ਸੀ। ਉਹਨੇ ਪੈਰਵਾਈ ਨਹੀਂ ਕਰਦੇ ਜਿਹਦੇ ਕਰਕੇ ਤਰੁੱਟੀਆਂ ਰਹਿ ਗਈਆਂ। ਤੇ ਗਿਆਨੀ ਇਕਬਾਲ ਸਿੰਘ ਦਾ ਹੁਣ ਕੀ ਬਣੇਗਾ, ਉਹ ਤੇ ਪੁੱਕਲ ਚੁੱਕਿਆ ਵਾ। ਲੇਕਿਨ ਜਿਹੜੀ ਆ ਪਰੰਪਰਾ ਪਾ ਦਿੱਤੀ ਆ ਕੋਰਟ ਦੇ ਵਿੱਚ ਜਾ ਕੇ ਉਹਦੇ ਫੈਸਲੇ ਲਾਗੂ ਕਰਨ ਦੀ, ਇਹ ਪਰੰਪਰਾ ਬਹੁਤ ਮਾੜੀ ਆ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇ ਤਖਤਾਂ ਜਿਹੜਾ ਇਹ ਜਲੂਸ ਕੱਢ ਕੇ ਰੱਖਦੇ। ਇਹਦੇ ਵਾਸਤੇ ਸਿੱਖ ਕੌਮ ਨੂੰ ਸਾਹਮਣੇ ਆਉਣਾ ਚਾਹੀਦਾ। ਇੱਥੇ ਹੀ ਬਸ ਨਹੀਂ ਜੀ, ਇਹ ਵਿਦੇਸ਼ ਗਿਆ। ਤਖਤ ਦੇ ਨਾਂ ਤੇ ਉੱਥੋਂ 50 ਲੱਖ ਰੁਪਇਆ ਇਕੱਠਾ ਹੋਇਆ ਜੀ। ਇਹਨਾਂ ਨੇ ਕਿਹਾ ਪੈਸੇ ਜਮ੍ਹਾਂ ਕਰਾਏ ਨੇ, ਪੈਸੇ ਅੱਜ ਤੱਕ ਜਮ੍ਹਾਂ ਨਹੀਂ ਕਰਾਏ। ਫਿਰ ਇੱਕ ਇਕਬਾਲ ਸਿੰਘ ਹੋਰੀ ਆਉਂਦੇ ਹੁੰਦੇ ਸੀ, ਜਦੋਂ ਅੱਜ ਤੋਂ ਵੀ ਤੁਸੀਂ 20 ਸਾਲ ਚੱਲੋ ਪਹਿਲਾਂ ਉੱਥੇ ਪਟਨਾ ਸਾਹਿਬ ਬਹੁਤੀ ਰੌਣਕ ਨਹੀਂ ਸੀ ਹੁੰਦੀ। ਉਹ ਬੰਬੇ ਤੋਂ ਬਕਾਇਦਾ ਤੌਰ ਤੇ ਸਪੈਸ਼ਲ ਟ੍ਰੇਨ ਬੁੱਕ ਕਰ ਦਿੰਦੇ ਸੀ ਜੀ। ਆਪਣੇ ਲੈਵਲ ਤੇ ਟ੍ਰੇਨ ਬੁੱਕ ਕਰਕੇ ਤੇ ਉੱਥੇ ਵਿੱਚ ਹੀ ਉਹ ਰਾਸ਼ਨ ਲੈ ਕੇ ਆਉਂਦੇ ਸੀ, ਜਾ ਕੇ ਲੰਗਰ ਲਾਉਂਦੇ ਸੀ, ਲੰਗਰ ਨਾਲ ਲੈ ਕੇ ਜੀ 2-4 ਰਹਿੰਦੇ ਸੀ। ਫਿਰ ਟ੍ਰੇਨ ਜਿਹੜੀ ਬੁੱਕ ਹੁੰਦੀ ਸੀ ਉਹਦੇ ਚ ਵਾਪਸ ਆਉਂਦੇ ਸੀ। ਉਹਨਾਂ ਨੂੰ ਇਹ ਕਹਿਣ ਲੱਗਾ ਜੀ ਮੈਨੂੰ 5 ਲੱਖ ਰੁਪਏ ਦਿਓ ਜੇ ਤੁਸੀਂ ਸੇਵਾ ਕਰਨੀ ਇੱਥੇ। ਜੀ 5 ਲੱਖ ਕਾਹਦਾ ਦੀ ਤੇ ਸੇਵਾ ਕਰਨ ਦੇ। ਕਹਿੰਦਾ ਜੇ 5 ਲੱਖ ਨੇ ਦਿੱਤੇ ਤੇ ਮੈਂ ਤਨਖਾਹ ਕਰਾ ਦੇ ਦੂੰ ਜੀ। ਉਹ ਕਹਿੰਦੇ ਅੱਜ ਤੋਂ ਬਾਅਦ ਅਸੀਂ ਸੇਵਾ ਕਰਨੀ ਆਵਾਂਗੇ ਤੇ ਤਨਖਾਹ ਕਰਾ ਹੋਣਾ ਤੇ ਫਿਰ ਸੇਵਾ ਕਾਹਦੀ ਕਰਨੀ ਹੈ ਕਿ ਤੈਨੂੰ 5 ਲੱਖ ਨਹੀਂ ਦੇਣਾ, ਅਸੀਂ ਲੱਖਾਂ ਰੁਪਏ ਖਰਚ ਕੇ ਲੰਗਰ ਲਾਉਣ ਲਿਆ। ਇੱਥੇ ਸੋਭਾ ਗੁਰੂ ਦੀ ਜਿਹੜੀ ਸਾਨੂੰ ਸੇਵਾ ਦਿੱਤੀ ਅਸੀਂ ਕਰ ਰਹੇ ਆ ਜੀ, ਤੇ ਤੂੰ 5 ਲੱਖ ਦੇ ਮੰਗੀ ਜਾਂਦਾ। ਮਤਲਬ ਇਹੋ ਜਿਹੇ ਕੰਮ ਕਰਦਾ ਸੀ ਜੇ ਜਥੇਦਾਰ ਅਕਾਲ ਤਖਤ ਦੇ ਖਿਲਾਫ ਤਲਬ ਕਰ ਸਕਦਾ, ਤਨਖਾਹੀਆਂ ਕਰ ਸਕਦਾ, ਬਾਕੀ ਕੀ ਰਹਿ ਗਿਆ। ਤੇ ਜਦੋਂ ਪੁੱਛਿਆ ਮੈਂ ਕਿਹਾ ਜੀ ਤੁਸੀਂ ਜਥੇਦਾਰ ਅਕਾਲ ਤਖਤ ਨੂੰ ਬੁਲਾਇਆ ਸੀ ਉੱਥੇ ਤਲਬ ਕੀਤੀ, ਉਹ ਤਾਂ ਗੱਲ ਮੁੱਕ ਗਈ ਜੀ, ਉਦੋਂ ਹੀ ਮੁੱਕ ਗਈ ਸੀ। ਮੈਂ ਕਿਹਾ ਫਿਰ ਤੁਸੀਂ ਮਜ਼ਾਕ ਨਾ ਡਾਓ ਤਖਤ ਦਾ, ਤੁਸੀਂ ਮਜ਼ਾਕ ਡਾ ਰਹੇ ਹੋ ਤਖਤ ਦਾ, ਮੁੱਕ ਗਈ ਗੱਲ ਜੀ। ਪੱਟੀ ਸਾਹਿਬ ਕੀ ਕਰੀਏ, ਕਹਿੰਦੇ ਦਾ ਲੱਗ ਗਿਆ ਬੜਾ ਵਧੀਆ। ਕਾਂਗਰਸ ਦੀ ਆਪਸੀ ਲੜਾਈ ਦਾ ਸਭ ਤੋਂ ਵੱਧ ਫਾਇਦਾ ਗੁਰਪ੍ਰੀਤ ਸਿੰਘ ਕਾਂਗੜ ਨੂੰ ਹੋਇਆ। ਉਹਨਾਂ ਦੇ ਜਵਾਈ ਨੂੰ ਕੈਬਨਿਟ ਨੇ ਹਰੀ ਝੰਡੀ ਦੇਤੀ ਹੈ ਜੀ ਈਟੀਓ ਲੱਗਣ ਦੀ। ਹੁਣੇ ਖਬਰ ਆ ਰਹੀ ਹੈ। ਬਿਲਕੁਲ ਠੀਕ ਹੈ, ਤੁਸੀਂ ਠੀਕ ਕਹਿ ਰਹੇ ਹੋ। ਬਿਲਕੁਲ ਠੀਕ ਕਹਿ ਰਹੇ ਹੋ। ਕਾਨੂੰਨ ਦੀਆਂ ਬੜੀਆਂ ਧਰਾਵਾਂ ਨੂੰ ਅੱਖੇ ਪਰੋਖੇ ਕੀਤਾ ਗਿਆ। 1 ਸਾਲ ਵਾਲਾ ਵੀ ਲੰਘ ਗਿਆ, 5 ਸਾਲ ਵਾਲਾ ਮਸਲਾ ਵੀ ਲੰਘ ਗਿਆ ਤੇ 2020 ਦੇ ਵਿੱਚ ਜਾ ਕੇ ਅਪਲਾਈ ਕਰਦੇ ਨੇ। ਦੱਸੋ। ਬਿਲਕੁਲ ਹਾਂਜੀ। ਵੇਖੋ ਜਿਹੜੇ 2011 ਵਿੱਚ ਭੂਪਜੀਤ ਸਿੰਘ ਦੀ ਡੈਥ ਹੁੰਦੀ ਉਹ ਵੀ ਈਟੀਓ ਸੀ ਜੀ। ਉਹਨੇ 5 ਲੱਖ ਰੁਪਏ ਰਿਸ਼ਵਤ ਦੇ ਵਿੱਚ ਰਵੀ ਸਿੱਧੂ ਨੂੰ ਫੜਾਇਆ ਸੀ ਜੀ। ਉਹਦੇ ਵਿੱਚ ਜਿਹੜਾ ਸੀ ਮੁੜ ਕੇ ਇਹ ਆਪਣੀ ਪ੍ਰਮੋਸ਼ਨ ਲਾਭਦਾ ਕਿ ਮੇਰੀ ਪ੍ਰਮੋਸ਼ਨ ਹੋ ਜੇ। ਲੇਕਿਨ ਪ੍ਰਮੋਸ਼ਨ ਦੇ ਦੌਰਾਨ ਜਿਹੜਾ ਸੀ ਆਪਣੀਆਂ ਕੋਸ਼ਿਸ਼ਾਂ ਕਰਦਾ, ਪ੍ਰਮੋਸ਼ਨ ਤੋਂ ਹੀ ਨਹੀਂ, ਲੇਕਿਨ ਜਿਹੜਾ ਬੁਲਾਵਾ ਅਕਾਲ ਪੁਰਖ ਆ ਗਿਆ ਭਾਈ ਆ ਜਾਓ ਤੁਹਾਡੀ ਹੁਣ ਜਿਹੜਾ ਪਿਛਲਾ ਸੀ ਉਸ ਆਪਣਾ ਖਤਮ ਹੋ ਗਿਆ ਜੀ। ਤੇ 2016 ਦੀ ਕਾਂਗੜ ਸਾਹਿਬ ਦੀ ਬੇਟੀ ਦੀ ਸ਼ਾਦੀ ਉਹਨਾਂ ਦੇ ਬੇਟੇ ਗੁਰਸ਼ੇਰ ਸਿੰਘ ਨਾਲ ਹੁੰਦੀ। 2011 ਤੇ ਅੱਜ 10 ਸਾਲ ਬੀਤ ਗਏ ਜੀ।
ਪਹਿਲੀ ਗੱਲ ਤੇ ਉਹ ਬੰਦਾ ਹਾਰਟ ਅਟੈਕ ਨਾਲ ਮਾਰਿਆ, ਉਹਨੂੰ ਤਰਸ ਦੇ ਕੋਈ- ਆਧਾਰ ਤੇ ਨੌਕਰੀ ਨਹੀਂ ਬਣ। ਇਹ ਕਿਹੜਾ ਕੋਈ ਟੈਰਰਿਸਟ ਅਟੈਕ ਸੀ ਜਾਂ ਰੇਡ ਤੇ ਗਏ ਸੀ ਉੱਥੇ ਜੀ ਸ਼ਰਾਬ ਦੇ ਤਸਕਰ ਮਗਰ ਪੈ ਗਏ, ਉਹਨਾਂ ਨੇ ਡਲੇ ਚਲਾਤੇ ਜਾਂ ਔਨ ਡਿਊਟੀ ਥੋੜਾ ਮਰੇ ਆ। ਬਿਲਕੁਲ ਬਿਲਕੁਲ। ਦੂਸਰੀ ਚੀਜ਼, ਜਿਹੜੀ ਸਾਡੀ ਆਰਥਿਕ ਮਾਮਲਿਆਂ ਦੀ ਕਮੇਟੀ ਬਣੀ ਪੰਜਾਬ ਦੀ, ਉਹਨੇ ਬਕਾਇਦਾ ਤੌਰ ਤੇ ਇਹ ਕਹਿਤਾ ਸੀ ਸਰਕਾਰ ਨੂੰ ਕਿ ਇਹਦੇ ਕੋਲ ਕਰੋੜਾਂ ਰੁਪਏ ਦੀ ਇਜਾਜ਼ਤ ਤੇ ਇਹਨੂੰ ਤੁਸੀਂ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਦੇ ਸਕਦੇ। ਜੀ ਜੇ ਉਹਦੇ ਕਹਿਣ ਦੇ ਬਾਵਜੂਦ ਜੇ ਫੈਸਲਾ ਕਰ ਲਿਆ ਤੇ ਸਮਝ ਲੈਣਾ ਚਾਹੀਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚੇ ਨੂੰ ਨੌਕਰੀ ਨਹੀਂ ਮਿਲਣੀਆਂ, ਨੌਕਰੀਆਂ ਸਿਰਫ ਇਹਨਾਂ ਨੂੰ ਹੀ ਮਿਲਣਗੀਆਂ। ਹਾਂ ਹਾਂ ਹਾਂ, ਤੁਹਾਡੇ ਲੋਕ ਨਹਿਰਾਂ 'ਚ ਛਾਲਾਂ ਮਾਰ ਕੇ ਮਰਨਗੇ ਬੱਚੇ ਜਿਹੜੇ। ਉਹ ਤਾਂ ਤਿਆਰੀਆਂ ਹੈ ਹੀ ਜੀ, ਬਿਲਕੁਲ। ਆਪਣਾ ਪੜਿਆ ਵਿਚਾਰ ਲਓ। ਹੂੰ ਜਿਹੜੀ ਚੜੂਨੀ ਸਾਹਿਬ ਕੱਲ ਅਮਰਕੋਟ ਗੱਲ ਕਹੇ ਸੀ ਉੱਤੇ ਵਿਚਾਰਨ ਵਾਲੀ, ਜੀ। ਉਹਨਾਂ ਕਿਹਾ ਮੈਂ ਨਹੀਂ ਕਹਿੰਦਾ ਤੁਸੀਂ ਜਥੇਬੰਦੀ ਬਣਾਓ, ਹੂੰ ਤੁਸੀਂ ਪੰਚਾਇਤੀ ਤੌਰ ਤੇ ਫੈਸਲਾ ਕਰ ਲਓ ਤੇ ਆਪਣਾ ਉਮੀਦਵਾਰ ਕਿਉਂ ਖੜਾ ਕਰ ਲਓ, ਜਿਹੜੇ ਕਿਸਾਨਾਂ ਦੀ ਗੱਲ ਕਰਨ ਵਾਲਾ ਹੋਵੇ, ਜਿਹੜਾ ਮਜ਼ਦੂਰਾਂ ਦੀ ਗੱਲ ਕਰਨ ਵਾਲਾ। ਹੂੰ ਕਿਉਂ ਇਸ ਵੇਲੇ 80 ਤੋਂ ਲੈ ਕੇ 90 ਲੱਖ ਕਿਸਾਨ ਨੇ ਪੰਜਾਬ ਦੇ ਵਿੱਚ, ਜੋ ਚਾਹਣ ਉਹ ਕਰ ਸਕਦੇ ਨੇ। ਜੀ। ਮੈਂ ਨਹੀਂ ਕਹਿੰਦਾ ਤੁਸੀਂ ਕੋਈ ਜਥੇਬੰਦੀ ਬਣਾਓ, ਤੁਸੀਂ ਕੋਈ ਬੰਦਾ ਖੜ ਕੇ ਆਪਣਾ ਬੰਦਾ ਜਿਤਾ ਕੇ ਤੇ ਉਹਨੂੰ ਭੇਜੋ ਵਿਧਾਨ ਸਭਾ 'ਚ, ਜਿਹੜਾ ਤੁਹਾਡੀਆਂ ਜਿਹੜੀਆਂ ਛੱਤਾਂ ਨੂੰ ਖਰਾ ਉਤਰ ਸਕੇ। ਹੂੰ ਲੇਕਿਨ ਦੂਜੇ ਪਾਸੇ ਹੁਣ ਕਾਂਗੜ ਸਾਹਿਬ ਜਿਹੜਿਆ ਉਹਨਾਂ ਨੇ ਆਪਣੇ ਪੈਰ ਤੇ ਕੁਹਾੜਾ ਮਾਰ ਲਿਆ। ਹੁਣ ਕਾਂਗੜ ਸਾਹਿਬ ਤੁਸੀਂ ਚੁੱਪ ਕਰਕੇ ਘਰ ਨੂੰ ਚੱਲੋ, ਤੁਹਾਨੂੰ ਵੋਟਾਂ ਨਹੀਂ ਬਣੀਆਂ ਉੱਥੋਂ, ਹੁਣ ਤੁਹਾਨੂੰ ਹੋਰ ਕੁਝ ਮਿਲੂ ਉੱਥੋਂ। ਜੀ। ਹੁਣ ਜਵਾਈ ਦੀ ਗੱਲ ਕਰਦੇ ਆ, ਜੇ 2011 ਦੇ ਵਿੱਚ ਭੂਪਜੀਤ ਸਿੰਘ ਜੀ ਦੇ ਫਾਦਰ ਦੀ ਡੈਥ ਹੁੰਦੀ ਹੈ ਤੇ 2016 ਦੇ ਵਿੱਚ ਸ਼ਾਦੀ ਹੁੰਦੀ ਹੈ, ਜੀ। ਇੱਕ ਐਮਐਲਏ ਦੇ ਬਾਰੇ ਲਿਖ ਕੇ ਦਿੰਦੇ ਆ ਵੀ ਇਹ ਗੁਰਸ਼ੇਰ ਸਿੰਘ ਕੋਲੇ ਕਰੋੜਾਂ ਰੁਪਏ ਦੀ ਇਜਾਜ਼ਤ ਹੈ, ਇਹਨੂੰ ਤਰਸ ਦੇ ਆਧਾਰ ਤੇ ਨੌਕਰੀ ਨਾ ਦਿੱਤੀ ਜਾਵੇ। ਸਰਕਾਰ ਫੇਰ ਵੀ ਫੈਸਲਾ ਕਰਦੀ ਆ ਤੇ ਫਿਰ ਸਮਝ ਲੈਣਾ ਚਾਹੀਦਾ ਸਰਕਾਰ ਜਿਹੜੀ ਆ ਉਹ ਸਰਮਾਏਦਾਰਾਂ ਦੀ, ਲੋਕਾਂ ਦੀ ਸਰਕਾਰ ਨਹੀਂ ਹੈ। ਭਾਵੇਂ ਇਹ ਸਰਕਾਰ ਹੋਵੇ, ਭਾਵੇਂ ਅਕਾਲੀ ਸਰਕਾਰ ਹੋਵੇ, ਜਿਹੜੀ ਮਰਜ਼ੀ ਸਰਕਾਰ ਲੈ ਲਓ, ਸਰਮਾਏਦਾਰਾਂ ਦਾ ਪੱਖ ਪੂਰਦੇ ਆ। ਕਦੀ ਵੀ ਉਹਨੇ ਗਰੀਬਾਂ ਦਾ ਤੇ ਮਜ਼ਲੂਮਾਂ ਦਾ ਪੱਖ ਨਹੀਂ ਪੂਰਿਆ। ਜੀ। ਹੁਣ ਇਹਦੇ ਵਿੱਚ ਮੈਨੂੰ ਉਮੀਦ ਆ ਕਿ ਸ਼ਾਇਦ ਇਹ ਮਾਮਲਾ ਵੀ ਕੋਰਟ ਜਾਏਗਾ, ਕੋਰਟ ਜਾਊਗਾ। ਫਿਰ ਹੁਣ ਕੱਲ ਨੂੰ ਤੁਸੀਂ ਵੀ ਸਿਆਣਾ, ਹਜੇ ਜਿਵੇਂ ਉਹ ਬਾਜਵੇ ਦੇ ਮੁੰਡੇ ਨਾਲ ਲੋਕਾਂ ਨੇ ਕੀਤੀ ਸੀ ਉਹਦੇ ਨਾਲ, ਉਹ ਆਪ ਹੀ ਛੱਡ ਗਿਆ ਸੀ। ਹੁਣ ਇਹਦੇ ਨਾਲ ਦੇਖੋ, ਅੱਜ ਇੱਕ ਚੈਨਲ ਦੇ ਉੱਤੇ ਇੰਟਰਵਿਊ ਬੜਾ ਕਾਂਗੜ ਦੇ ਰਿਹਾ ਸੀ, ਲੈ ਕੀ ਕਰੋੜਪਤੀ ਇਸ ਦੇ ਉੱਤੇ ਮੰਗ ਨਹੀਂ ਸਕਦਾ, ਤਰਸ ਦੇ ਆਧਾਰ ਤੇ ਨੌਕਰੀ ਨਹੀਂ ਮੰਗ ਸਕਦਾ, ਕਰੋੜਪਤੀਆਂ ਨੂੰ ਕੀ ਹੋਇਆ। ਸੋ ਇਹੋ ਜਿਹੀਆਂ ਗੱਲਾਂ ਨਹੀਂ, ਮੈਂ ਤਾਂ ਕਹਿਤਾ ਫਿਰ ਕਿ ਕਾਂਗਰਸ ਸਾਹਿਬ ਨੂੰ ਵੋਟਾਂ ਦੀ ਝਾਕ ਨਾ ਰੱਖਣ, ਉੱਥੋਂ ਕੁਝ ਹੋਰ ਹੀ ਮਿਲੇਗਾ ਉਹਨਾਂ ਨੂੰ। ਇਸੇ ਕਰਕੇ ਜਿਹੜੀ ਇਹਨਾਂ ਦੀ ਨੌਕਰੀ ਆ ਉਹ ਬਿਲਕੁਲ ਨਜਾਇਜ਼ ਆ। ਸਾਡੇ ਲੋਕ ਬੱਚੇ ਜਿਹੜੇ ਉਹ ਸੜਕਾਂ ਤੇ ਰੁਲ ਰਹੇ ਆ, ਔਰ ਡਾਂਗਾ ਖਾਂਡੇ ਪੁਲਿਸ ਦੀਆਂ ਵਿਚਾਰੇ ਲੱਤਾਂ ਬਹੁਤ ਚਲਾ ਰਹੇ, ਨਹਿਰਾਂ ਛਾਲਾਂ ਮਾਰੇ, ਬੇਰੁਜ਼ਗਾਰ, ਉਹਨਾਂ ਬਾਰੇ ਕੁਝ ਸੋਚਿਆ ਨਹੀਂ ਸਰਕਾਰ ਨੇ। ਨਾ ਜੀ, ਨਾ ਨਾ ਨਾ, ਵਾਅਦੇ ਕਰਕੇ ਸਹੁੰ ਖਾ ਕੇ ਨਹੀਂ ਸੋਚਿਆ ਤੇ ਬਾਕੀ ਕੀ ਰਹਿ ਗਿਆ। ਇਸ ਕਰਕੇ ਇਹ ਨੌਕਰੀ ਵੀ ਚੈਲੰਜ ਹੋਏਗੀ। ਤੁਹਾਨੂੰ ਪਤਾ ਉਹ ਤੇ ਚੈਲੰਜ ਮੇਰੇ ਕੋਲ ਹੋਗੀ, ਜਿਹੜੀ ਲੁਧਿਆਣੇ ਵਾਲੀ ਆ ਪਰੇਸ਼ਮ ਟਾਂਡੇ ਵਾਲੇ ਬੇਟੇ ਦੀ। ਅੱਛਾ ਜੀ। ਇਹ ਵੀ ਚੈਲੰਜ ਹੋਏਗੀ ਹਾਈ ਕੋਰਟ ਦੇ, ਕਿੰਨਾ ਚਿਰ ਚੱਲਦਾ ਇਹ ਤੇ ਪਤਾ ਕੋਈ ਨਹੀਂ ਹੈਗਾ। ਟਾਂਡੇ ਵਾਲੀ ਨਹੀਂ ਜੀ, ਉਹਦੀ ਕੀ ਕਹਿੰਦੇ ਆਪਣੇ ਪਾਂਡੇ ਵਾਲੀ, ਪਾਂਡੇ ਵਾਲੀ, ਸੋਰੀ। ਹਾਂ, ਟਾਂਡਾ ਤਾਂ ਅਕਾਲੀ ਦਲ ਦਾ ਨਾ। ਹਾਂ ਪਾਂਡੇ ਵਾਲੀ। ਹਾਂ ਜੋਗਿੰਦਰਪਾਲ ਪਾਂਡੇ ਦੇ ਪੋਤਰੇ ਦੀ, ਬਿਲਕੁਲ। ਹੁਣ ਰਕੇਸ਼ ਪਾਂਡੇ ਦੇ ਮੁੰਡੇ ਦੀ, ਰਕੇਸ਼ ਪਾਂਡੇ। ਹਾਂਜੀ। ਜਿਹਦੇ ਵਿੱਚ ਹੁਣ ਵੇਖੋ, ਇਹ ਜਿਹੜੀ ਹੁਣ ਇਹਨਾਂ ਕੀਤੀ ਆ ਕਾਂਗਰਸ ਸਾਹਿਬ ਨੇ, ਕਾਂਗਰਸ ਸਾਹਿਬ ਨੂੰ ਸਿਆਣ ਕਰਨੀ ਚਾਹੀਦੀ ਕਿ ਤੁਸੀਂ, ਤੁਹਾਡਾ ਜੋ ਕਰੋੜਪਤੀ ਆ ਤੇ ਕਿੰਨੇ ਵੀ ਪੈਸੇ ਕਮਾ ਲਓ ਇਸ ਤੁਸੀਂ। ਇਹ ਤਾਂ ਆਈਐਸ ਬਣਾਉਣ ਦੀ ਸੋਚਣਗੇ ਨਾ ਜੀ, 5 ਸਾਲ 10 ਸਾਲ ਨੌਕਰ ਆਈਐਸ ਵੀ ਫਿਰ ਤਾਂ ਚੱਲ ਪਿਆ ਲਿਖਿਆ ਵੀ ਆਈਐਸ ਬਣਾਵਾਂਗੇ, ਡੀਸੀ ਦਵਾਵਾਂਗੇ। ਆਈਐਸ ਦੀ 6 ਸਾਲ ਬਾਅਦ ਪ੍ਰਕਿਰਿਆ ਸ਼ੁਰੂ ਹੋਈ, ਤੁਸੀਂ ਬਣਾ ਸਕਦੇ। ਹਾਂ। ਚਲੋ ਵੇਖੋ, ਈਐਸਆਈ ਬਣਦੇ ਕਿ ਅਦਾਲਤ ਕੋਈ ਹੋਰ ਫਰਮਾਨ ਜਾਰੀ ਕਰਦੀ ਹੈ, ਲੇਕਿਨ ਲੋਕਾਂ ਦੇ ਵਿੱਚ ਇਹਦਾ ਜਿਹੜਾ ਵਾ ਕਾਫੀ ਰਿਜ਼ੈਂਟਮੈਂਟ ਪਾਈ ਜਾ ਰਹੀ ਹੈ ਕਿ ਜੋ ਕੀਤਾ ਗਲਤ ਕੀਤਾ, ਕੈਪਟਨ ਵੀ ਗਲਤ ਕਰਿਆ। ਪਹਿਲਾਂ ਤੁਹਾਨੂੰ ਪਤਾ ਹੈ ਕਾਂਗਰਸ ਦੂਜੇ ਪਾਸੇ ਚੱਲ ਗਿਆ ਸੀ, ਵਿਰੁੱਧ ਦੇ ਖੇਮੇ ਦੇ ਵਿੱਚ। ਹਾਂ ਬਿਲਕੁਲ ਜੀ, ਉਦੋਂ ਉਸੇ ਦਾ ਹੀ ਲੱਗਿਆ ਸੀ ਨਾ, ਪਤਾ ਛੁੱਟੀ ਹੋਣ ਵਾਲੀ ਸੀ, ਬੜੇ ਚਾਰजेस ਲੱਗ ਰਹੇ ਸੀ ਬਸ ਉਦੋਂ। ਇਹ ਕੜਾ ਲੋਟ ਇਹਨੂੰ ਕਹਿੰਦੇ ਵੀ ਕੜਾ ਲੋਟ ਆਉਣਾ। ਬਿਲਕੁਲ ਉਦੋਂ ਤੇ ਛੁਆਰਾ ਜੋ ਲੱਗ ਪਿਆ ਸੀ ਵੀ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਕਾਂਗਰਸ ਦੀ ਛੁੱਟੀ ਹੋਏਗੀ। ਛੁੱਟੀ ਤੇ ਮਿਲ ਗਿਆ ਕੀ, ਦੇਖੋ ਮਿਲ ਗਿਆ ਕੀ। ਇਹ ਕਿਆ ਬਾਤਾਂ, ਇਹਨੂੰ ਕਹਿੰਦੇ ਆ। ਸਾਡੇ ਇੱਕ ਬੰਦਾ ਹੁੰਦਾ ਸੀਗਾ ਜੀ ਪਿੰਡ, ਉਹਨੇ ਕੋਈ ਵੀ ਗੱਲ ਇਹੋ ਜਿਹੀ ਉਹਨੇ ਕਹਿੰਦਾ ਕਿਆ ਬਾਤਾਂ ਇੰਗਲੈਂਡ ਕੀਆਂ। ਬਿਲਕੁਲ ਹੈ ਉਹ ਫਿਰ ਹਾਂਜੀ। ਤੇ ਪੱਟੀ ਸਾਹਿਬ, ਅੱਜ ਪ੍ਰਧਾਨ ਮੰਤਰੀ ਸਾਹਿਬ ਦਾ ਜਨਮ ਦਿਨ ਵੀ ਹੈ। ਜੀ। ਤੇ ਉਹਨਾਂ ਦੇ ਪੁਰਾਣੇ ਸਹਿਯੋਗੀ ਉਹਨਾਂ ਦਾ ਮੁਰਦਾਬਾਦ ਕਹਿ ਕੇ ਜਨਮ ਦਿਨ ਮਨਾ ਰਹੇ ਨੇ, ਕੋਈ ਕੁਛ ਕਰ ਰਿਹਾ। ਤੇ ਪਰ ਟਾਈਮ ਮੈਗਜ਼ੀਨ ਉਹਨਾਂ ਨੂੰ 100 ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ 'ਚ ਵੀ ਖੜਾ ਕਰ ਰਿਹਾ। ਤੇ ਕਿਹੜੇ ਨੰਬਰ ਤੇ ਰੱਖਿਆ ਜੀ?
ਵੇਖੋ ਜਿਹੜਾ ਟਾਈਮ ਮੈਗਜ਼ੀਨ ਹੈ ਜੀ, ਉਹਨੇ ਸਾਲ 2021 ਦੇ ਜਿਹੜੇ 100 ਪ੍ਰਭਾਵਸ਼ਾਲੀ ਸ਼ਖਸੀਅਤ ਦੇ ਨਾਂ ਆਪਣੇ ਪ੍ਰਕਾਸ਼ਿਤ ਕੀਤੇ ਜੀ। ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਨੇ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਵੀ ਹੈ। ਔਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਹੈ ਜੀ। ਤੇ ਤਾਲਿਬਾਨ ਦੇ ਸਹਿਬਾਨੀ ਮੁੱਲਾ ਬਰਾਦਰ ਦਾ ਨਾਮ ਵੀ ਸ਼ਾਮਲ ਉਹਦੇ ਚ ਹੈਗਾ। ਸਭ ਤੋਂ ਵੱਡੀ ਗੱਲ ਇਹ ਹੈ, ਹੁਣ ਇਹ ਨਾਂ ਸ਼ਾਮਲ ਹੋਣ ਕਰਕੇ ਜਿਹੜੇ CNN ਦੇ ਮਸ਼ਹੂਰ ਪੱਤਰਕਾਰ ਫਰੀਦ ਜ਼ਕਾਰੀਆ ਜੀ, ਉਹਨੇ ਮੋਦੀ ਬਾਰੇ ਲਿਖਿਆ ਵੀ ਮੋਦੀ ਦੇ ਰਾਜ ਵਿੱਚ ਜਿਹੜੇ ਮੁਸਲਿਮ ਲੋਕ ਆ ਉਹਨਾਂ ਦੇ ਅਧਿਕਾਰਾਂ ਨੂੰ ਖੁਰਾ ਲੱਗਾ ਤੇ ਪੱਤਰਕਾਰਾਂ ਨੂੰ ਧਮਕਾਇਆ ਜਾ ਰਿਹਾ ਤੇ ਤੁਸੀਂ 100 ਬੰਦੇ ਨੂੰ ਸ਼ਾਮਿਲ ਕਰ ਰਹੇ ਹੋ। ਚਲੋ ਖੈਰ ਉਹ ਉਹਨਾਂ ਦੀ ਮਰਜ਼ੀ ਹੈ। ਜਿਹੜਾ ਮੁੱਲਾ ਬਰਾਦਰ ਹੈ ਉਹਦੇ ਬਾਰੇ ਲਿਖਿਆ ਗਿਆ ਵੀ ਉਹ ਇੱਕ ਨਰਮਦਲੀ ਵਿਚਾਰਧਾਰਾ ਵਿਅਕਤੀ ਹੈ। ਜਿਹੜੀ ਬੀਬੀ ਮਮਤਾ ਬੈਨਰਜੀ ਆ ਉਹਦੇ ਬਾਰੇ ਕਿਹਾ ਗਿਆ ਵੀ ਉਹ ਆਪਣੇ ਬਾਹਾਂ ਦੇ ਬਲ ਦੀ ਜਿਹੜੀ ਆ ਉਹ ਆਪਣੀ ਬਾਹਾਂ ਦੇ ਬਲ ਦੇ ਤਾਕਤ ਨਾਲ ਜੋ ਕੁਛ ਬਣੀ ਇਸ ਕਰਕੇ ਉਹਨੇ ਰੱਖਿਆ ਗਿਆ। ਮਤਲਬ ਜੰਗਜੂ ਜਜ਼ਬੇ ਵਾਲੀ ਉਹਨੇ ਕਿਹਾ, ਜੰਗਜੂ ਜਜ਼ਬੇ ਵਾਲੀ ਜਿਹੜੀ ਹੈ ਇਹ ਸਿਆਸਤਦਾਨ ਜਿਹੜੀ ਉਹ ਸਿੱਧ ਹੋਈ ਜੀ। ਹੁਣ ਇਹਨਾਂ ਦੇ ਵਿੱਚ ਜਦੋਂ ਅੱਗੇ ਜਾ ਕੇ ਗੱਲ ਕਰਦਾ ਉਹ ਕਹਿੰਦਾ ਵੀ ਨਹੀਂ, ਮੋਦੀ ਸਾਹਿਬ ਦਾ ਨਾਂ ਜ਼ਰੂਰ ਸ਼ਾਮਲ ਹੈ ਲੇਕਿਨ ਇਹਦਾ ਤਾਂ ਪਹਿਲਾਂ 2 ਨਾਂ ਇੰਡੀਅਨ ਪੋਲਿਟਿਕਸ ਹੋਰ ਸ਼ਾਮਲ ਹੈ ਜੀ। ਉਹ ਨੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ। ਉਹ ਇਹਨਾਂ ਤੋਂ ਅੱਗੇ ਨੇ ਤੇ ਮੋਦੀ ਸਾਹਿਬ ਉਹਨਾਂ ਤੋਂ ਪਿੱਛੇ। ਹੁਣ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਤਿਕਾਰ ਕਿੰਨਾ ਵਾ ਜੀ? ਸਤਿਕਾਰ ਇੰਨਾ ਵੀ ਪਾਲਮਪੁਰ ਦੇ ਵਿੱਚ ਜਿਹੜਾ ਇੱਕ ਪੰਡਿਤ ਜਵਾਹਰ ਨਹਿਰੂ ਦਾ ਇੱਕ ਬੂਤ ਲੱਗਾ ਵਾ, ਉਹ ਖਸਤਾ ਹਾਲਤ ਦੇ ਵਿੱਚ ਜੀ। ਖਸਤਾ ਹਾਲਤ ਦੇ ਵਿੱਚ ਜਦੋਂ ਉਧਰ ਕਿਤੇ ਸ਼ਾਂਤਾ ਕਾਮ ਕੁਮਾਰ ਜਿਹੜੇ ਸਾਬਕਾ ਉੱਥੇ ਮੁੱਖ ਮੰਤਰੀ ਰਹੇ ਨੇ, ਭਾਜਪਾ ਦੇ ਆਗੂ ਨੇ, ਉਹ ਲੰਘ ਰਹੇ ਸੀ, ਉਹਨਾਂ ਬੁੱਤ ਵੇਖਿਆ ਜੀ ਬੜੀ ਖਸਤਾ ਹਾਲਤ ਦੇ ਵਿੱਚ। ਅੱਛਾ ਜੀ। ਉਹ ਉਸੇ ਵੇਲੇ ਗਏ ਪਾਲਨਪੁਰ ਜਿਹੜੀ ਹੈਗੀ ਹੈ ਨਗਰ ਨਿਗਮ ਨੂੰ ਕਿਹਾ ਵੀ ਭਾਈ ਇਹ ਹਸਪਤਾਲ ਦਾ ਕੀ ਗੱਲ, ਨਹੀਂ ਪੈਸੇ ਹੈ ਨਹੀਂ। ਉਹਨਾਂ ਨੇ 1 ਲੱਖ ਰੁਪਏ ਦਾ ਚੈੱਕ ਕੱਟ ਕੇ ਦਿੱਤਾ ਕਿ ਇਹਦੀ ਮੁਰੰਮਤ ਕੀਤੀ ਜੀ। ਜੇ ਭਾਜਪਾ ਦਾ ਆਗੂ ਇੰਨਾ ਸਤਿਕਾਰ ਪੰਡਿਤ ਜਵਾਹਰ ਲਾਲ ਨਹਿਰੂ ਸਦਾ ਅੱਜ ਵੀ ਕਰ ਰਿਹਾ ਵਾ ਤੇ ਫਿਰ ਵਾਕਿਆ ਹੀ ਉਹਦਾ ਨਾਮ ਪਹਿਲੇ ਨੰਬਰ ਤੇ ਹੋਣਾ ਜੀ। ਉਹ ਨੰਬਰ ਪਹਿਲੇ ਤੇ ਉਹਦਾ ਨਾਮ ਬਕਾਇਦਾ ਤੌਰ ਤੇ ਆਇਆ ਜੀ। ਦੂਜੇ ਨੰਬਰ ਤੇ ਇੰਦਰਾ ਗਾਂਧੀ ਨੂੰ ਰੱਖਿਆ ਤੇ ਤੀਜੇ ਨੰਬਰ ਤੇ ਮੁੜ ਕੇ ਮੋਦੀ ਸਾਹਿਬ ਹੁੰਦੇ ਸਾਡੇ ਇੰਡੀਆ ਦੇ ਵਿੱਚ। ਉਹਦਾ ਨਾਂ ਨਹੀਂ ਕਿੰਨਾ ਨੰਬਰ 100 ਦੇ ਵਿੱਚ ਕਿੰਨਾ ਲਾਉਂਦਾ ਜੀ। ਲੇਕਿਨ ਇਹਨਾਂ ਤੇ ਇੱਕੋ ਹੀ ਇਲਜ਼ਾਮ ਲੱਗਦਾ, ਇਹ ਕੱਟੜਪੰਥੀ ਹੈ ਤੇ ਇੱਕ ਵਿਚਾਰਧਾਰਾ ਨੂੰ ਪ੍ਰਮੋਟ ਕਰਦੇ ਆ। ਲੇਕਿਨ ਇਹ ਆ ਕਿ ਇਹ ਦੂਸਰੀ ਮੁੱਖ ਪ੍ਰਧਾਨ ਮੰਤਰੀ ਬਣੇ ਆ ਤੇ ਚੰਗੀਆਂ ਵੋਟਾਂ ਲੈ ਕੇ ਬਣੇ, ਜਿਸ ਕਰਕੇ ਇਹਨਾਂ ਦਾ ਨਾਂ ਉਹ 100 ਬੰਦਿਆਂ ਵਿਅਕਤੀਆਂ ਸ਼ਾਮਲ ਕੀਤਾ ਵੀ ਆਪਣੀ ਗੱਲ ਤਰੀਕੇ ਨਾਲ ਕਰਨੀ ਜਾਣਦੇ, ਹਾਂਜੀ, ਜਿਹਦੇ ਕਰਕੇ ਨਾਂ ਸ਼ਾਮਲ ਕੀਤਾ ਗਿਆ। ਤੇ ਜਿਹੜਾ ਬਰਾਦਰ ਆ, ਜਿਹੜਾ ਮੁੱਲਾ ਬਰਾਦਰ ਜਿਹੜੀ ਨੂੰ ਉਹਨੂੰ ਪਹਿਲਾਂ ਤੁਹਾਨੂੰ ਪਤਾ ਨਾ ਅਫਗਾਨਿਸਤਾਨ ਦੀ ਵਾਂਗਡੋਰ ਸੰਭਾਲਣ ਦੀ ਗੱਲ ਕੀਤੀ ਗਈ ਸੀ, ਵਾਂਗਡੋਰ ਸੰਭਾਲਦੀ ਹੈ ਜੀ ਜੀ। ਲੇਕਿਨ ਜਿਹੜੇ ਗਰਮ ਖਾਲੀਏ ਸੀ ਉਹ ਅੱਗੋਂ ਪੈ ਗਏ 5 ਪੱਥਰ ਲੈ ਕੇ। ਕਹਿੰਦਾ ਨਰਮ ਖਾਲੀਆ ਇਹਨੇ ਸਾਡੀਆਂ ਜਿਹੜੀ ਸਾਡੀ ਵਿਚਾਰਧਾਰਾ ਉਹਨੂੰ ਤਾਂ ਪਿੱਛੇ ਸੁੱਟ ਦੇਣਾ ਨੇ, ਇਹ ਕਿਵੇਂ ਹੋ ਸਕਦਾ ਬਣ ਜੇ। ਫਿਰ ਮੁੱਲਾ ਬਰਾਦਰ ਨੂੰ ਛੱਡ ਕੇ ਜਿਹੜੇ ਸੀ ਦੂਸਰੇ ਗਰਮ ਖਿਆਲੀਆਂ ਨੂੰ ਜਿਹੜੇ ਸੀ ਉਹਨੇ ਕਬਜ਼ਾ ਕੀਤਾ ਜੀ। ਨਹੀਂ ਤੇ ਇਹਨੂੰ ਇਸ ਕਰਕੇ ਰੱਖਿਆ ਵੀ ਇਹ ਨਰਮ ਖਿਆਲੀਆ ਸੀ, ਜੇ ਕਿਤੇ ਬਰਾਦਰ ਬਣਦਾ ਤਾਂ ਉੱਥੇ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਮਿਲਦੇ। ਅੱਛਾ ਜੀ। ਉਹਨੇ ਨੇ ਕਿਹਾ ਵੀ ਸੀਗਾ ਅੱਛਾ ਜੀ ਕਿ ਅਸੀਂ 33 ਮੈਂਬਰੀ ਜੇ ਬਣਾਈ, ਆਪਣੀ ਕੈਬਨਿਟ ਬਣਾਈ ਤਾਂ ਅਸੀਂ ਹੋਰ ਮੰਤਰੀ ਬਣਾਉਣੇ ਤੇ ਬਕਾਇਦਾ ਤੌਰ ਤੇ ਔਰਤਾਂ ਨੂੰ ਸ਼ਾਮਲ ਕੀਤਾ ਜਾਊਗਾ। ਤੇ ਜਦੋਂ ਹੁਣ ਉਹਦੇ ਕੋਈ ਪਾਵਰ ਹੀ ਕੋਈ ਨਹੀਂ ਰਹੀ ਤੇ ਕਰਨ ਵਾਲੇ ਕੁਝ ਹੋਰ ਦੇ ਕਿੱਥੋਂ ਸ਼ਾਮਲ ਕਰਨਾ ਜੀ। ਇਸ ਕਰਕੇ ਬੀਬੀ ਮਮਤਾ ਦਾ ਜਿਹੜਾ ਸੀ ਆਪਣੀ ਬਾਹਾਂ ਦੇ ਬਲ ਕਰਕੇ ਮੋਦੀ ਸਾਹਿਬ ਦਾ ਕੀਤਾ ਕਿ ਇੱਕ ਬੱਚੇ ਪ੍ਰਚਾਰਕ ਨੇ, ਭਾਵੇਂ ਇਹ ਇੱਕ ਸਮੁਦਾਇ ਦੀ ਇੱਕ ਫਿਰਕਾ ਪ੍ਰਸਤੀ ਫੈਲਾਉਂਦੇ ਨੇ, ਤੇ ਇੰਦਰਾ ਗਾਂਧੀ ਤੇ ਨਹਿਰੂ ਨੇ ਇੱਕ ਸੈਕੂਲਰ ਲੀਡਰ ਦੱਸਿਆ ਉਹਨਾਂ ਤੇ। ਜੇ ਨਹਿਰੂ ਸਾਹਿਬ ਦੇ ਬੁੱਤ ਦੇ ਉੱਤੇ ਇੱਕ ਭਾਜਪਾ ਆਗੂ ਜਾ ਕੇ ਅਥਰੂ ਵਹਾ ਸਕਦਾ ਤੇ ਉੱਥੇ ਜਾ ਕੇ ਆਪਣੇ ਪੈਸੇ ਦੇ ਸਕਦਾ, ਲੱਖ ਰੁਪਏ ਲੈ ਲਓ, ਜੇ ਲੋੜ ਕੁਝ ਹੋਰ ਦੇਵਾਂਗੇ ਤਾਂ ਇਹਦੀ ਮੁਰੰਮਤ ਕਰਾਓ ਕਿ ਸਾਡੇ ਦੇਸ਼ ਦੀ ਆਨ ਤੇ ਸ਼ਾਨ ਪਹਿਲੇ ਪ੍ਰਧਾਨ ਮੰਤਰੀ ਜੀ। ਚਲੋ ਚੰਗੀ। ਤੇ ਹੁਣ ਦਿੱਲੀ ਦੇ ਵਿੱਚ ਕਿਵੇਂ ਰਿਹਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਸ਼ਕਤੀ ਪ੍ਰਦਰਸ਼ਨ ਜੀ? ਕਿਵੇਂ ਪਹੁੰਚੇ ਦਿੱਲੀ? ਵੱਡੀ ਗੱਲ ਇਹ ਹੈ ਜੀ, ਦਿੱਲੀ ਦੇ ਵਿੱਚ ਇੱਕ ਜਿਹੜੀ ਗੱਲ ਸਾਹਮਣੇ ਆ ਰਹੀ ਹੈ, ਇੱਕ ਮੈਂ ਚੈਨਲ YouTube ਦੇ ਚੈਨਲ ਸੁਣ ਰਿਹਾ ਸੀ, ਉਹਦਾ ਕਿਹਾ ਜੀ ਕੁਝ ਲੋਕਾਂ ਨੂੰ ਉੱਥੇ ਪਾਸ ਜਾਰੀ ਕੀਤੇ ਗਏ। ਅੱਛਾ ਜੀ। ਕਿ ਜਿਹੜੇ ਇਹ ਪਾਸ ਵਿਖਾਉਣਗੇ ਉਹਨਾਂ ਨੂੰ ਪੁਲਿਸ ਨਹੀਂ ਰੋਕੇ। ਅੱਛਾ ਜੀ। ਮੈਂ ਫਿਰ ਉੱਥੇ ਫੋਨ ਕੀਤਾ, ਮੈਂ ਕਿਹਾ ਜੇ ਕਿਸੇ ਕੋਲ ਕੋਈ ਪਾਸ ਹੋਵੇ ਤਾਂ ਫੋਟੋ ਕਾਪੀ ਭੇਜੋ ਕਿਨੇ।
ਅਜੇ ਤੱਕ ਆਈ ਨਹੀਂ, ਉਹ ਤਪਾਸ ਜਾਰੀ ਹੈ। ਜੇ ਕਿਤੇ ਮਿਲ ਗਿਆ ਤਾਂ ਉਹਦੀ ਫੋਟੋ ਕਾਪੀ ਜ਼ਰੂਰ ਆਪਾਂ ਲਵਾਂਗੇ ਫਿਰ ਅੱਗੇ ਚੱਲਾਂਗੇ ਉੱਤੇ। ਹਾਂਜੀ, ਲੇਕਿਨ ਜੇ ਕਿਤੇ ਪਾਸ ਜਾਰੀ ਕੀਤੀ ਆ ਤੇ ਫਿਰ ਕੰਧ ਤੇ ਲਿਖਿਆ ਸੱਚ ਹੈ ਕਿ ਬੀਜੇਪੀ ਤੇ ਅਕਾਲੀਆਂ ਦੀ ਕੋਈ ਲੜਾਈ ਆਪਸ ਵਿੱਚ ਨਹੀਂ ਹੈ। ਅੱਜ ਵੀ ਇੱਕ ਪਾਸੇ, ਬਾਕੀ ਸਾਰੇ ਤੁਸੀਂ ਲਾਤੇ ਆਪਣੇ ਬੈਰੀਕੇਡ ਲਾਤੇ ਜੀ, ਇੱਥੋਂ ਤੱਕ ਕਿ ਜਿਹੜੀ ਭੀੜ ਦੇ ਵਿੱਚ ਐਂਬੂਲੈਂਸਾਂ ਫਸੀਆਂ ਰਹੀਆਂ ਜੀ, ਐਂਬੂਲੈਂਸਾਂ ਪੁਲਿਸ ਨਹੀਂ ਕੱਢ ਸਕੀ ਜੀ। ਪੁਲਿਸ ਕਹਿੰਦੀ ਰਹੀ ਵੀ ਤੁਹਾਨੂੰ ਅਸੀਂ ਕੁਛ ਨਹੀਂ ਕਹਿਣਾ ਜੀ, ਤੁਹਾਨੂੰ ਕੁਛ ਨਹੀਂ ਕਹਿਣਾ। ਅਸੀਂ ਦੇਖੋ ਤੁਸੀਂ ਬੈਰੀਕੇਡ ਨਾ ਤੋੜੋ, ਤੁਸੀਂ ਚੱਲ ਜਾਓ ਤੇ ਸਿੰਘੂ ਬਾਰਡਰ ਤੇ ਰਾਤ ਕੱਟੋ, ਤੁਹਾਨੂੰ ਅੱਗੇ ਨਹੀਂ ਜਾਣ ਦੇਣਾ। ਉਹ ਕਹਿੰਦੇ ਰਹੇ ਜੀ ਗੁਰਦੁਆਰੇ ਜਾਣਾ ਮੱਥਾ ਟੇਕਣ ਵਾਸਤੇ, ਕਹਿੰਦੇ ਮੱਥਾ ਟੇਕ ਲਓ, ਸਵੇਰੇ ਆ ਕੇ ਟੇਕ ਲਓ, ਕੋਈ ਗੱਲ ਨਹੀਂ, ਰਾਤ ਬਾਈਕ ਕੋ ਟੇਕ ਮੱਥਾ ਟੇਕਣਾ ਤੁਸੀਂ ਹੁਣ। ਲੇਕਿਨ ਜਿਹੜੇ ਸੀ ਕੁਛ ਬੰਦੇ ਉੱਥੇ 4-5 ਹਜ਼ਾਰ ਬੰਦਾ ਜਿਹੜਾ ਗਿਆ ਸੀ, ਪਹਿਲਾਂ ਸੀ ਕੋਈ ਦਿੱਲੀ ਦੇ ਹੋਣਗੇ, ਦਿੱਲੀ ਦੇ ਮੈਂਬਰ ਹੋਣਗੇ ਨਾ, ਤੇ ਉਹ ਤੇ ਜਾ ਹੀ ਸਕਦੇ ਸੀ। ਹਾਂ, ਜਾ ਹੀ ਸਕਦੇ। ਹਾਂਜੀ, ਹੁਣ ਉੱਥੇ ਜਿਹੜੀ ਇਹਨਾਂ ਗੱਲ ਕੀਤੀ, ਉਹ ਜਿਹੜੀ ਗੱਲ ਅਸੀਂ ਪਹਿਲਾਂ ਸੋਚਦੇ ਸੀ, ਉਹ ਗੱਲ ਕੀਤੀ ਵੀ 15 ਬੰਦੇ ਅਰੈਸਟ ਕੀਤੇ ਪੁਲਿਸ ਨੇ, ਮੁੜ ਕੇ ਸੜਕ ਤੇ ਮਾਰਦੇ। ਮਤਲਬ ਜਿੱਥੋਂ ਸ਼ੱਕ ਪੈਂਦਾ ਵੀ ਅੱਜ ਵੀ ਬੀਜੇਪੀ ਤੇ ਅਕਾਲੀਆਂ ਦੀ ਆਪਸ ਵਿੱਚ ਮਿਲੀ ਭੁਗਤ ਕਿਤੇ ਨਾ ਕਿਤੇ ਹੈਗੀ ਆ। ਉਹ ਮੈਂ ਤੁਹਾਨੂੰ ਇੱਕ ਦਿਨ ਕਿਹਾ ਸੀ ਨਾ, ਤੁਸੀਂ ਗੱਲ ਨਹੀਂ ਸੀ ਸਮਝੇ ਵੀ ਸਾਡੇ ਇਲਾਕੇ ਦੇ ਵਿੱਚ ਜਦੋਂ ਸਰਪਲਸ ਦਾ ਰੌਲਾ ਪੈਂਦਾ ਨਾ, ਜ਼ਮੀਨ ਦਾ ਵੀ ਇੰਨੇ ਜ਼ਮੀਨ ਰੱਖ ਸਕਦੇ ਹੋ, ਉਦੋਂ ਫਿਰ ਨਾ ਤਲਾਕ ਹੁੰਦੇ ਨੇ ਮੀਆਂ ਬੀਵੀ 'ਚ। ਅੱਛਾ। ਉਹ ਨਾ ਬੜੇ ਫਿਰ ਤਲਾਕ ਕਰਕੇ ਨਾ, ਤੇ ਉਹ ਅੱਧੀ ਜ਼ਮੀਨ ਜਿਹੜੀ ਹੈ ਨਾ, ਫਿਰ ਅੱਧੀ ਜ਼ਮੀਨ ਉੱਧਰ ਰਹਿਣੀ ਹੁੰਦੀ, ਅੱਧੀ ਇੱਧਰ ਵੰਡ ਕਰਦੇ ਆ। ਫਿਰ ਉਹ ਫਿਰ ਕੀ ਹੈ ਕਿ ਜਿੰਨੇ ਸਟੈਂਡਰਡ ਏਕੜ ਇੱਕ ਬੰਦਾ ਰੱਖ ਸਕਦਾ, ਉਹ ਤਾਂ 18 ਏਕੜ ਪਰਿਵਾਰ 'ਚ ਹੈ। ਫਿਰ ਉਹ 18 ਏਕੜ ਘਰ ਵਾਲਾ ਰੱਖ ਲੈਂਦਾ, 18 ਏਕੜ ਘਰ ਵਾਲੀ ਰੱਖ ਲੈਂਦੀ, ਇੰਨੇ ਜਵਾਕ ਜ਼ਿੰਮੇਵਾਰ ਹੋ ਜਾਂਦਾ, 18 ਉਹ ਰੱਖ ਲੈਂਦਾ, ਤਾਂ 54 ਕਿੱਲੇ ਜ਼ਮੀਨ ਸੰਭਲ ਜਾਂਦੀ ਹੈ। ਤੇ ਰਹਿੰਦੇ ਇਕੱਠੇ ਆ, ਪਰ ਕਾਗਜ਼ਾਂ 'ਚ ਤਲਾਕ ਹੋ ਜਾਂਦਾ। ਕਾਗਜ਼ਾਂ ਤਲਾਕ ਉਹ ਚੀਜ਼ ਹੈ। ਹਾਂਜੀ, ਉਹ ਕਟਾਸ਼ ਉਦੋਂ ਮੈਂ ਕੀਤਾ ਸੀ, ਤੁਸੀਂ ਕਈ ਬੰਦੇ ਉਦੋਂ ਸਮਝੇ ਨਹੀਂ ਸੀ ਗੱਲ। ਉਹ ਆਹੀ ਸੀ ਉਹ ਅੱਜ ਵਾਲਾ। ਠੀਕ ਗੱਲ। ਇੱਕ ਰਿਪੋਰਟ ਵੀ ਛਪੀ ਹੈ ਬਕਾਇਦਾ ਤੌਰ ਤੇ ਅੱਜ ਅਖਬਾਰ ਦੇ ਵਿੱਚ, ਜਿਹਦੇ ਵਿੱਚ ਉਹਨਾਂ ਦੱਸਿਆ ਵਾ ਵੀ ਇਹਨਾਂ ਦੀ ਇੱਥੇ ਕਿੰਨੀ ਜ਼ਮੀਨ ਹੈ ਤੇ ਹਰਿਆਣੇ ਦੀ ਕਿੰਨੀ ਹੈ। 300 ਕਿੱਲਾ ਕਹਿੰਦੇ ਬਾਦਲਾਂ ਦੀ ਇੱਥੇ ਤੇ 700 ਕਿੱਲਾ ਹਰਿਆਣੇ 'ਚ। ਨਹੀਂ, ਉਹ ਤਾਂ ਗੱਲ ਵੱਖਰੀ ਆ। ਮੈਂ ਗੱਲ ਆਪਾਂ ਦਿੱਲੀ ਦੀ ਕਰ ਰਹੇ ਕਿ ਦਿੱਲੀ ਕਿਵੇਂ ਪਹੁੰਚ ਗਏ ਇਹ। ਦਿੱਲੀ ਪੁਲਿਸ ਕਿਹਦੇ ਥੱਲੇ ਹੈ? ਬਿਲਕੁਲ। ਉਹ ਬੀਜੇਪੀ ਦੇ ਥੱਲੇ ਆ, ਹੋਮ ਮਿਨਿਸਟਰ ਦੇ ਥੱਲੇ ਆ। ਤੇ ਕਿਸਾਨਾਂ ਨੂੰ ਉੱਥੇ ਤੁਸੀਂ ਬੱਸਾਂ 'ਚ ਬਿਠਾ ਕੇ ਜਾਂਦੇ ਹੋ, 5-5 ਥਾਵਾਂ ਤੇ ਗੇੜੇ ਲਵਾਉਣੇ, ਤਲਾਸ਼ੀਆਂ ਲੈਂਦੇ ਹੋ, ਤੇ ਇੰਨੇ ਵਿਅਕਤੀ ਪਾਰਲੀਮੈਂਟ ਦੇ ਨੇੜੇ ਕਿਵੇਂ ਪਹੁੰਚ ਗਏ ਰਕਾਬਗੰਜ ਗੁਰਦੁਆਰੇ? ਬਿਲਕੁਲ ਕਿਵੇਂ ਪਹੁੰਚ ਗਏ? ਹਾਂਜੀ, ਉੱਥੇ ਸਪੀਕਰ ਵੀ ਲੱਗ ਗਏ, ਸਾਰਾ ਕੁਝ ਹੋ ਗਿਆ। ਹਾਂਜੀ, ਤੇ ਟੂਣਾ ਵੀ ਕਰਤਾ ਕਹਿੰਦੇ ਪਾਣੀ ਦੀਆਂ ਵਿਛਾੜਾਂ ਦਾ, ਤੇ ਫੜ ਵੀ ਲਏ ਤੇ ਛੱਡ ਵੀ ਦਿੱਤੇ। ਬਿਲਕੁਲ। ਤੁਸੀਂ ਇੱਕ ਆਰਟੀਕਲ ਪੜ੍ਹਿਆ ਹੋਣਾ ਅੱਜ ਬੀਬੀ ਹਰਸਿਮਰਤ ਕੌਰ ਬਾਦਲ ਦਾ ਪੰਜਾਬੀ ਟ੍ਰਿਬਿਊਨ ਛਪਿਆ ਜਿਹੜਾ ਜੀ, ਉਹਦੇ ਵਿੱਚ ਉਹ ਕਹਿੰਦੀ ਆ ਵੀ ਸ਼੍ਰੋਮਣੀ ਅਕਾਲੀ ਦਲ ਪਹਿਲੀ ਪਾਰਟੀ ਆ ਜਿਹਨੇ ਇਹਨਾਂ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਤੇ ਜਿਹੜੇ ਅਗਲੇ ਪਾਸੇ ਜਿਹੜੀਆਂ ਅਗਲੇ ਲੋਕੀ ਲਾਉਣ ਵਾਲੇ, ਉਹ ਨਾਲ ਇਹਦੇ ਆਰਟੀਕਲ ਦੇ ਫਿਰ ਵੀਡੀਓ ਲਾ ਦਿੰਦੇ ਆ, ਸੁਣ ਲਓ ਜੀ ਤੁਸੀਂ ਆਵਾਜ਼ ਕਿਹੜੀ ਬੁਲੰਦ ਕੀਤੀ, ਵੀ ਸੁਣ ਲਓ। ਅੱਜ ਕੱਲ੍ਹ ਤਾਂ ਜੀ ਸਾਰਾ ਕੁਛ ਪੱਟੀ ਸਾਹਿਬ ਆਪਣੀ ਗੱਲ ਆਪਾਂ ਕਹਿ ਦਈਏ 2 ਮਿੰਟਾਂ ਬਾਅਦ ਮਾਫੀ ਵੀ ਮੰਗ ਲਈਏ ਭਾਵੇਂ, ਪਰ ਰਿਕਾਰਡ ਤਾਂ ਹੋਊਗੀ। ਜੋ ਗਲਤ ਬੋਲਿਆ ਉਹ ਤਾਂ ਰਿਕਾਰਡ ਹੈ, ਤੇ ਸਾਰੇ ਸੱਜਣਾ ਮਿੱਤਰਾਂ ਕੋਲੇ ਹੁੰਦੀ ਹੈ। ਜੀ। ਤੇ ਹੁਣ ਆਪਾਂ ਗੱਲ ਕਰੀਏ ਜੀ, ਤਾਂ ਪਾਕਿਸਤਾਨ ਦੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅਮੀਰ ਸਿੰਘ, ਉਹਨਾਂ ਨੇ ਬੀਬੀ ਜੰਗੀਰ ਕੌਰ ਨੂੰ ਕਿਸ ਗੱਲ ਦੀ ਵਧਾਈ ਦਿੱਤੀ ਹੈ ਤੇ ਕਿਵੇਂ ਦਿੱਤੀ ਹੈ ਜੀ? ਬੀਬੀ ਜੰਗੀਰ ਕੌਰ ਨੇ ਵਧਾਈ ਦਿੱਤੀ ਜੀ ਉਹਨਾਂ ਨੂੰ। ਅੱਛਾ, ਬੀਬੀ ਜੰਗੀਰ ਕੌਰ ਨੇ ਉਹਨਾਂ ਨੂੰ ਦਿੱਤੀ ਹੈ। ਅੱਛਾ ਜੀ। ਪਹਿਲੀ ਗੱਲ ਤਾਂ ਆਪਾਂ ਥੋੜਾ ਜਿਹਾ ਪਿਛੋਕੜ ਜਾਵਾਂਗੇ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਲੋੜ ਕਿਉਂ ਪਈ ਜੀ। 1999 ਵਿੱਚ ਬਾਬਾ ਬਾਪੂ ਸ਼ਾਮ ਸਿੰਘ ਹੁੰਦਾ ਸੀ ਉੱਥੇ, ਤੇ ਸ਼ਾਮ ਸਿੰਘ ਡੈਪਟੀ ਸਿੱਖ ਸੀ, ਮੁਸਲਮਾਨ ਤੋਂ ਸਿੱਖ ਗਿਆ ਸੀ, ਕਾਫੀ ਦੇਰ ਤੋਂ ਸੇਵਾ ਕਰਦਾ ਸੀ ਵੱਖ-ਵੱਖ ਗੁਰਦੁਆਰਿਆਂ। ਮਰ ਉਹਦੀ ਬਦੌਲਤ ਹੀ ਬਹੁਤ ਸਾਰੇ ਗੁਰਦੁਆਰੇ ਜਿਹੜੇ ਉੱਥੇ ਲੱਭੇ ਗਏ, ਜਿਹੜੀ ਸਰਨਿਆਂ ਨੇ ਸੇਵਾ ਕਰਾਈ ਆ ਆਪਣੇ ਬਾਬਾ ਜਗਤਾਰ ਸਿੰਘ ਤੋਂ। ਉਹਨੇ ਗੁਰਦੁਆਰੇ ਦੱਸੇ ਵੀ ਇਹ ਗੁਰਦੁਆਰੇ ਹੈਗੇ ਜੀ, ਤੁਸੀਂ ਆਪਣੇ ਲੈਵਲ ਤੇ ਸਰਕਾਰ ਨਾਲ ਗੱਲ ਕਰੋ, ਪੱਤਰ ਲਿਖੋ, ਗੁਰਦੁਆਰੇ ਮੈਂ ਦਊਂਗਾ ਤੁਹਾਨੂੰ, ਚਿੱਠੀ ਲਿਖੋ ਤੁਸੀਂ, ਕੋਈ ਗੱਲ। ਮੁੜ ਕੇ ਆਪ ਪ੍ਰਧਾਨ ਬਣ ਗਿਆ ਜੀ। 1999 ਵਿੱਚ ਬਾਪੂ ਸ਼ਾਮ ਸਿੰਘ ਨੇ 2013 ਦੇ ਵਿੱਚ ਜੂਨ ਮਹੀਨੇ ਜਿਹੜਾ ਗੁਰੂ ਸਾਹਿਬ ਦਾ ਗੁਰਪੁਰਬ ਸੀ, ਸ਼ਹੀਦੀ ਪੁਰਬ ਸੀ, ਉੱਥੇ ਮੈਂ ਆਪ ਆਪਣੇ ਕੰਨੀ ਗੱਲ ਸੁਣੀ ਜੋ ਉਹਨੇ ਕਿਹਾ ਜੀ। ਉਹਨੇ ਸਪੀਚ ਕੀਤੀ ਸੀ, ਕਹਿੰਦਾ ਸੀ ਵੀ ਇਹ ਐਸਜੀਪੀਸੀ ਵਾਲੇ ਆਉਂਦੇ ਸੀ ਮੇਲੇ ਤੇ, ਮੇਲਾ ਕਹਿੰਦੇ ਮੇਲੇ ਤੇ ਆਉਂਦੇ ਸੀ, ਮੇਲੇ ਤੇ ਆ ਕੇ ਬਕਾਇਦਾ ਤੌਰ ਤੇ ਬੋਰੀਆਂ ਭਰ ਕੇ ਨੋਟਾਂ ਦੀ ਡਾਲਰਾਂ ਦੇ ਲੈ ਜਾਂਦੇ ਸੀਗੇ, ਤੇ ਗੁਰਦੁਆਰਿਆਂ ਦਾ ਕੋਈ ਪ੍ਰਬੰਧ, ਕੋਈ ਰਿਪੇਅਰ ਨਹੀਂ ਸੀ ਕਰਾਉਂਦੇ ਜੀ।
ਔਰ ਮੈਂ ਇਹਨਾਂ ਨੂੰ ਕਿਹਾ ਵੀ ਕਿ ਨਨਕਾਣਾ ਸਾਹਿਬ ਦਾ ਗੁਰਦੁਆਰਾ ਜਿਹੜਾ ਬਾਬੇ ਦਾ ਦਰਬਾਰ ਉਹ ਗੁੰਮਤ ਚੋਂਦਾ ਵਾ ਬਰਸਾਤਾਂ ਦੇ ਵਿੱਚ। ਇਹਨਾਂ ਤੇ ਕੋਈ ਅਸਰ ਨਹੀਂ ਹੋਇਆ। ਇਹਨਾਂ ਨੂੰ ਅਸੀਂ ਕਿਹਾ ਵੀ ਕੁਝ ਪੈਸੇ ਤੁਹਾਨੂੰ ਦੇ ਦਿਓ, ਅਸੀਂ ਇੱਥੇ ਇਹਨੂੰ ਰਿਪੇਅਰ ਕਰਾ ਲਈ, ਜੇ ਤੁਸੀਂ ਆਪ ਰਹਿ ਕੇ ਕਰਾ ਦਿਓ ਉੱਥੇ ਕੋਈ ਗੱਲ ਨਹੀਂ, ਵੀਜ਼ਾ ਲੈ ਲਓ 2-4 ਮਹੀਨੇ ਦਾ। ਲੇਕਿਨ ਇਹ ਸਾਡੀ ਇੱਕ ਨਹੀਂ ਸੁਣੀ ਜੀ। ਬਾਪੂ ਕਹਿੰਦਾ ਵੀ ਮੈਂ ਸਾਹਮਣੇ ਬੈਠਾ ਸੀ, ਅੱਖਾਂ 'ਚ ਮੇਰਾ ਨੀਰ ਜਿਹੜਾ ਸੀ ਪਰਲ ਪਰਲ ਵਗ ਰਿਹਾ ਸੀਗਾ, ਤੇ ਦੂਜੇ ਪਾਸੇ ਇੱਕ ਪਾਸੇ ਇਹ ਬੋਰੀਆਂ ਭਰ ਰਿਹਾ ਸੀ ਤੇ ਦੂਜੇ ਪਾਸੇ ਬਰਸਾਤਾਂ ਨੂੰ ਜਦੋਂ ਗੁੰਮਤ ਚੋਂਦਾ ਮੈਨੂੰ ਉਹ ਦਿਖਾਈ ਜਾਂਦਾ ਸੀ ਬਾਪੂ। ਕਹਿੰਦਾ ਰਾਤ ਫਿਰ ਜਾ ਕੇ ਮੈਨੂੰ ਸੁੱਤਾ ਤੇ ਇਸੇ ਕਹਾਣੀ 'ਚ ਰਿਹਾ ਵੀ ਕੀ ਕਰੀਏ, ਤੇ ਮੈਨੂੰ ਭਾਖਿਆ ਵੀ ਕਮੇਟੀ ਬਣਾਓ ਜੀ। ਅਗਲੇ ਦਿਨ ਮੈਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਕੀਤੀ, ਫਿਰ ਪੰਜਾਬ ਸਰਕਾਰ ਨਾਲ ਗੱਲ ਕੀਤੀ, ਫਿਰ ਕੇਂਦਰ ਨਾਲ ਗੱਲ ਕੀਤੀ। ਉਹਨਾਂ ਕਹਿੰਦੀ ਬਿਲਕੁਲ ਕਮੇਟੀ ਬਣਾਉਣੀ ਚਾਹੀਦੀ। ਉਹਨਾਂ ਬਕਾਇਦਾ ਤੌਰ ਤੇ ਪ੍ਰੈਸ ਨੂੰ ਕਰਕੇ ਐਲਾਨ ਕਰਤਾ ਕਿ ਇੱਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਾਏਗੀ। ਜਦੋਂ ਉਹ ਕਹਿੰਦੇ ਅਸੀਂ ਐਲਾਨ ਕਰ ਦਿੱਤਾ ਤੇ ਇਹ ਕਲਪਨਾ ਤੇ ਹੈ ਸੀ ਅਸੀਂ ਕਿਸੇ ਨੇ ਇਹ ਕਿ ਬੀਬੀ ਪ੍ਰਧਾਨ ਸੀ ਉਦੋਂ 1925 ਦਾ ਐਕਟ ਆ ਜੀ, ਕਿਵੇਂ ਬਣਾ ਸਕਦੇ ਕਿਵੇਂ ਕਰ ਸਕਦੇ ਆ ਜੀ। ਉਹਨਾਂ ਨੇ ਕਮੇਟੀ ਫਾਰਮ ਕਰਤੀ। ਜਦੋਂ ਇਹ ਉੱਥੇ ਗਏ ਮੇਲੇ ਤੇ ਗਏ ਗੁਰਪੁਰਬ ਮਨਾਉਣ ਵਾਸਤੇ ਗਏ ਤੇ ਉਹਨਾਂ ਕਹਿੰਦਾ ਭਾਈ ਕੋਲ ਤੂੰ ਆਪੇ ਜਾਣਾ, ਤੁਸੀਂ ਪਾਕਿਸਤਾਨ ਕਮੇਟੀ ਬਣ ਚੁੱਕੀ ਹੈ ਜੀ। ਤੇ ਬੀਬੀ ਜਗੀਰ ਕੌਰ ਨੇ ਉਦੋਂ ਵਿਰੋਧ ਕੀਤਾ ਸੀ ਕਿ ਅਸੀਂ ਪਾਕਿਸਤਾਨ ਕਮੇਟੀ ਨੂੰ ਮਾਨਤਾ ਨਹੀਂ ਦਿੰਦੇ, ਇਹ ਬਿਲਕੁਲ 1925 ਦੇ ਐਕਟ ਦੀ ਉਲੰਘਣਾ ਜੀ। ਪਰ ਬੀਬੀ ਜਗੀਰ ਕੌਰ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਇੱਕ ਵੱਖਰਾ ਕੰਟਰੀ ਬਣ ਚੁੱਕਾ, ਭਾਵੇਂ ਸਾਡੇ ਉੱਤੇ 70% ਜਿਹੜੇ ਗੁਰਧਾਮ ਸੀ ਪਾਕਿਸਤਾਨ ਚ ਰਹਿ ਗਏ ਸੀ। ਤੁਹਾਨੂੰ ਪਤਾ ਹੋਏ ਪੰਜਾਬ ਔਰ ਸਿੰਧ ਦੀਆਂ ਜਿੰਨੀਆਂ ਬ੍ਰਾਂਚਾਂ ਸੀ 2 ਬ੍ਰਾਂਚਾਂ ਰਹਿ ਗਈਆਂ ਸੀ ਪੰਜਾਬ ਚ, ਸਾਰੀਆਂ ਪਾਕਿਸਤਾਨ ਰਹਿ ਗਈਆਂ ਸਾਡੀ। ਬੀਬੀ ਨੇ ਐਲਾਨ ਕਰ ਦਿੱਤਾ ਕਿ ਅਸੀਂ ਜਥੇ ਨਹੀਂ ਭੇਜਾਂਗੇ, ਅਸੀਂ ਮਾਨਤਾ ਨਹੀਂ ਦਿੰਦੇ ਉਹਨੂੰ। ਇੰਟਰਨੈਸ਼ਨਲ ਕੋਰਟ ਜਾਓ ਬੜਾ ਕੁਝ ਬੀਬੀ ਨੇ ਕਿਹਾ ਉਦੋਂ ਜੀ। ਉਹ ਕਹਿੰਦੇ ਜਿੱਥੇ ਮਰਜ਼ੀ ਤੁਰੇ ਫਿਰੋ, ਅਸੀਂ ਹੁਣ ਆਪਣਾ ਕੰਮ ਕਰਨਾ, ਸਾਡੀ ਕਮੇਟੀ ਹੈ। ਤੇ ਕਮੇਟੀ ਬਣ ਤੋਂ ਬਗੈਰ ਵਾਕਿਆ ਹੀ ਉੱਥੇ ਜਿਹੜੀ ਸੁਧਾਰ ਕਾਫੀ ਕੀਤਾ ਉੱਥੇ ਗੁਰਦੁਆਰਿਆਂ ਦੇ ਵਿੱਚ ਹੁੰਦਾ। ਅੱਛਾ ਜੀ। ਭਾਵੇਂ ਕਿ ਉਹ ਕਮੇਟੀ ਨਾਮਜ਼ਦ ਆ, ਉਹ ਕੋਈ ਵੀ ਚੁਣੀ ਹੋਈ ਕਮੇਟੀ ਨਹੀਂ ਹੈਗੀ, ਉਹ ਸਰਕਾਰ ਤੇ ਡਿਪੈਂਡੈਂਟ, ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦੇ, ਜਿਹਨੂੰ ਮਰਜ਼ੀ ਵਾਈਸ ਪ੍ਰਧਾਨ ਬਣਾ ਜੀ। ਉਹ ਬਾਪੂ ਜਿੰਨ ਚ ਰਿਹਾ ਸ਼ਾਮ ਸਿੰਘ, ਉਹਨੇ ਕਾਫੀ ਕੰਮ ਕੀਤਾ। ਲੇਕਿਨ ਇਹਨਾਂ ਨੇ ਬੀਬੀ ਜਗੀਰ ਕੌਰ ਨੇ ਕਹਿਤਾ ਸੀ ਬਾਈਕਾਟ ਕਰਦੇ ਜਥੇ ਨਹੀਂ ਭੇਜਾਂਗੇ ਜੀ। ਉਹਨਾਂ ਦਿਨਾਂ ਚ ਪਰਮਜੀਤ ਸਿੰਘ ਸਰਨਾ ਜਿਹੜੇ ਉਹ ਦਿੱਲੀ ਕਮੇਟੀ ਦੇ ਪ੍ਰਧਾਨ ਸੀ, ਉਹਨਾਂ ਜਥੇ ਭੇਜੇ ਜਿਹਦੇ ਥਰੂ ਨੂੰ ਸੇਵਾ ਮਿਲੀ ਉੱਥੇ। ਤੇ ਇਹਨਾਂ ਨੇ ਔਖੇ ਵੇਲੇ ਜੀ ਉਹ ਕਮੇਟੀ ਦਾ ਸਾਥ ਦਿੱਤਾ ਸੀ, ਕਮੇਟੀ ਨੂੰ ਸੇਵਾ ਚੰਦੀ ਜਾਂਦੀ ਗੁਰਦੁਆਰਿਆਂ ਦੀ ਇਹ ਕਰ ਜੀ। ਹੁਣ ਬੀਬੀ ਤੇ ਕਹਿ ਬੈਠੀ, ਲੇਕਿਨ ਬੀਬੀ ਜਿਹੜੀ ਆ ਮਾਰਚ 1999 ਦੇ ਵਿੱਚ ਆਉਂਦੀ ਹੈ, ਪ੍ਰਧਾਨ ਬਣਦੀ ਹੈ 22 ਲੱਖ ਜੀ। ਤੇ ਨਵੰਬਰ 2000 ਦੇ ਵਿੱਚ ਕਰੀਬ ਮੇਰੇ ਖਿਆਲ ਪੌਣੇ 2 ਸਾਲ ਰਹਿੰਦੀ ਹੈ ਪ੍ਰਧਾਨ। ਨਵੰਬਰ 2000 ਦੇ ਵਿੱਚ ਬੀਬੀ ਚਲੀ ਜਾਂਦੀ ਹੈ ਤੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਪ੍ਰਧਾਨ ਬਣਦੇ ਜੀ। ਉਹਨਾਂ ਨੇ ਆਉਂਦਿਆਂ ਪਹਿਲਾ ਫੈਸਲਾ ਇਹ ਕੀਤਾ ਕਿ ਜਥੇ ਬਿਲਕੁਲ ਨਹੀਂ ਰੁਕੇ ਜਾਣਗੇ, ਜੇ ਕੋਈ ਸਾਡਾ ਕਮੇਟੀ ਦਾ ਝਗੜਾ ਤੇ ਉਹ ਚੱਲਦਾ ਰਹੇਗਾ ਕੋਈ ਜੀ। ਉਹਨਾਂ ਨੇ ਜਥੇ ਸ਼ੁਰੂ ਕਰ ਦਿੱਤੇ। ਹੁਣ ਅੱਜ ਉਹੀ ਬੀਬੀ ਉਸ ਕਮੇਟੀ ਦੇ ਪ੍ਰਧਾਨ ਨੂੰ ਵਧਾਈ ਜਾਂਦੀ ਕਿ ਤੁਹਾਨੂੰ ਪ੍ਰਧਾਨ ਬਣ ਤੇ ਵਧਾਈ ਦਿੱਤੀ ਜਾਂਦੀ। ਉਹਨਾਂ ਦੇ ਜਨਰਲ ਸੈਕਟਰੀ ਨੂੰ ਵਧਾਈ ਜਾਂਦੀ ਹੈ ਵੀ ਤੁਹਾਨੂੰ ਵਧਾਈ ਦਿੱਤੀ ਜਾਂਦੀ ਹੈ ਜੀ। ਸਾਬਕਾ ਪ੍ਰਧਾਨ ਸਤਵੰਤ ਸਿੰਘ ਦੀ ਤਾਰੀਫ ਕਰਦੀ ਹੈ ਕਿ ਉਹਨੇ ਬਹੁਤ ਸੋਹਣੇ ਕੰਮ ਕੀਤੇ ਆ। ਬੀਬੀ ਜੀ ਹੁਣ ਦੋਵੇਂ ਗੱਲ ਬਰਾਬਰ ਤੇ ਰੱਖ ਲਓ ਤੁਸੀਂ, ਉਦੋਂ ਗਲਤ ਸੀ ਕਿ ਹੁਣ ਗਲਤ, ਉਦੋਂ ਸਹੀ ਸੀ ਕਿ ਹੁਣ ਸਹੀ ਹੋ ਤੁਸੀਂ, ਇਹ ਦੇਖ ਲਓ ਜਿਹੜੀ ਜੀ। ਲੇਕਿਨ ਤੁਹਾਨੂੰ ਇਹ ਦੱਸਾਂ, ਪਾਕਿਸਤਾਨ ਦੇ ਸਤਵੰਤ ਸਿੰਘ ਹੋਰੀ ਜਿਹੜੇ ਨੇ ਪਹਿਲੇ ਪ੍ਰਧਾਨ ਸੀ, ਉਹ ਪਿੰਡੀ ਦੇ ਰਹਿਣ ਵਾਲੇ ਨੇ, ਉਹ 50 ਲਾਗੇ ਚਲ ਜਾਂਦਾ। ਅੱਛਾ ਜੀ। ਕਰੀਬ 350-400 ਕਿਲੋਮੀਟਰ ਪੈਂਦਾ ਇੱਥੋਂ ਆਪਣੇ ਲਾਹੌਰ ਤੋਂ ਜੀ। ਉਹਨਾਂ ਵਾਸਤੇ ਉੱਥੋਂ ਆ ਕੇ ਇੱਥੇ ਜਿਹੜਾ ਸੀ ਕੰਮ ਕਰਨਾ ਔਖਾ ਸੀਗਾ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਤੇ ਜਿਹੜੇ ਸਤਵੰਤ ਸਿੰਘ ਹੋਰੀ ਉਹ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਦੇ ਸਕੇ ਚਾਚੇ ਦੇ ਬੇਟੇ, ਤੇ ਜਿਹੜੇ ਹੁਣ ਪ੍ਰਧਾਨ ਬਣੇ ਉਹ ਬਿਸ਼ਨ ਸਿੰਘ ਦੇ ਅਮੀਰ ਸਿੰਘ ਹੋਰੀ ਸਕੇ ਛੋਟੇ ਭਰਾ ਨੇ। ਅੱਛਾ ਜੀ। ਘਰ ਚ ਸਭ ਕੁਝ ਕੋਈ ਗੱਲ ਨਹੀਂ। ਇਸ ਕਰਕੇ ਉਹਨਾਂ ਨੇ ਆਪਣੀ ਮਰਜ਼ੀ ਦਾ ਅਸਤੀਫਾ ਦਿੱਤਾ ਕਿ ਮੇਰਾ ਬਿਜ਼ਨਸ ਕੱਪੜੇ ਦਾ ਸੀ, ਮੇਰਾ ਬਿਜ਼ਨਸ ਦਾ ਵਪਾਰ ਪ੍ਰਭਾਵਿਤ ਹੋ ਰਿਹਾ ਸੀ, ਇਸ ਕਰਕੇ ਮੈਂ ਹੋਰ ਆਪਣੀ ਸੇਵਾ ਨਹੀਂ ਕਰ ਸਕਦਾ ਜੀ। 3 ਸਾਲ ਵਾਸਤੇ ਉਹਨਾਂ ਦੀ ਨਿਯੁਕਤੀ ਹੋਈ ਸੀ ਤੇ 1 ਸਾਲ ਬਾਕੀ ਸੀ। ਹੁਣ 1 ਸਾਲ ਜਿਹੜੀ ਸੇਵਾ ਅਮੀਰ ਸਿੰਘ ਦਿੱਤਣਗੇ ਤੇ ਉਸਨੂੰ ਫਿਰ ਨਵੀਂ ਪ੍ਰਧਾਨ ਦੀ ਚੋਣ ਹੋਊਗੀ। ਲੇਕਿਨ ਅਮੀਰ ਸਿੰਘ ਨੇ ਕਿਹਾ ਕਿ ਅਸੀਂ ਤਿਆਰ ਹਾਂ, ਕਰਤਾਰਪੁਰ ਲਾਂਘਾ ਸਾਡੀ ਸਰਕਾਰ ਨੇ ਖੋਲ੍ਹਤਾ, ਅਸੀਂ ਇੰਡੀਆ ਵਾਲੇ ਪਾਸੇ ਵੀ ਕਹਿੰਦੇ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਾਂ ਜੀ, ਤੇ ਐਗਜ਼ੀਬਿਸ਼ਨ ਨੂੰ ਕਹਿੰਦੇ ਆ ਵੀ ਤੁਸੀਂ ਉੱਥੇ ਆਪਣਾ ਜਿਹੜਾ ਸੀ ਪ੍ਰਭਾਵ ਪਾ ਕੇ ਜਿਹੜਾ ਸੀ ਲਾਂਘਾ ਖਲਾਓ, ਤਾਂ ਕਿ ਸੰਗਤਾਂ ਜਿਹੜੀਆਂ ਵਾ ਗੁਰੂ ਸਾਹਿਬ ਦੇ ਗੁਰਪੁਰਬ ਤੇ ਦਰਸ਼ਨ ਕਰ ਸਕਣ ਜੀ। ਜੀ ਚੰਗੀ ਗੱਲ ਆ ਜੀ, ਜੇ ਲਾਂਘਾ ਖੁੱਲ੍ਹ ਜੇ ਹੈ ਜੀ ਤਾਂ ਹਾਂ ਜੀ। ਤੇ ਪੱਟੀ ਸਾਹਿਬ
ਆਪਾਂ ਜੇਕਰ ਗੱਲ ਕਰੀਏ ਤਮਾਮ ਜਿੰਨੇ ਵੀ ਹੁਣ ਘਟਨਾਕ੍ਰਮ ਜਿਹੜੇ ਨੇ ਹੋ ਰਹੇ ਨੇ ਇਹਨਾਂ ਦੇ ਉੱਤੇ ਮੌਜੂਦਾ ਸਥਿਤੀਆਂ ਨੂੰ ਵੇਖਦੇ ਹੋਏ ਤਾਂ ਕੀ ਪ੍ਰਧਾਨ ਮੰਤਰੀ ਮੋਦੀ ਤੋਂ ਵੀ ਕਰੋਨਾ ਦਾ ਦਬਾਅ ਘਟਿਆ ਜੋ ਅੱਜ ਕੱਲ੍ਹ ਹੈ, ਤੇ ਰਵਿੰਦਰਨਾਥ ਵਾਲੀ ਜਿਹੜੀ ਦਿੱਖ ਹੈ ਉਹ ਉਹਨਾਂ ਨੇ ਹੁਣ ਕੀ ਖਤਮ ਕਰਨੀ ਸ਼ੁਰੂ ਕਰ ਦਿੱਤੀ ਹੈ? ਕਿਉਂਕਿ ਆਪਾਂ ਗੱਲ ਕਰਦੇ ਸੀ ਵਿਧਾਨ ਚੋਣਾਂ ਸੀਗੀਆਂ, ਚੋਣਾਂ ਤੋਂ ਪਹਿਲਾਂ ਬੰਗਾਲ ਦੀਆਂ ਦੀ ਗੱਲ ਕਰਦੇ ਸੀ, ਉਹ ਕੀਤੀ ਜਾ ਰਹੀ ਸੀ, ਤੇ ਕੀ ਉਹ ਪੁੱਠੇ ਹੋਰ ਦਿੱਖ ਚਾ ਰਹੇ ਨੇ ਹੁਣ ਨਵੀਂ 'ਚ? ਮੋਦੀ ਸਾਹਿਬ ਦਾ ਜੋ ਪਹਿਲਾ ਕਾਰਜਕਾਲ ਸੀ ਨਾ ਜੀ, ਉਹਨਾਂ ਨੇ ਇੱਕ ਪੱਤਰਕਾਰ ਦੇ ਸਾਹਮਣੇ ਇਹ ਸਵੀਕਾਰ ਕੀਤਾ ਸੀ ਕਿ ਜਦੋਂ ਮੈਂ ਸਕੂਲ 'ਚ ਪੜ੍ਹਦਾ ਸੀ ਤੇ ਮੇਰਾ ਪਸੰਦੀਦਾ ਵਿਸ਼ਾ ਜਿਹੜਾ ਨਾਟਕ ਸੀਗਾ। ਨਾਟਕ। ਅੱਛਾ ਜੀ। ਮਤਲਬ ਕਹਿਣ ਤੋਂ ਨਾਟਕ ਕਰਨਾ ਵਧੀਆ ਜਾਣਦੇ ਹੋ, ਨਾਟਕ ਜੇ ਪਸੰਦੀਦਾ ਵਿਸ਼ਾ ਤੇ ਫਿਰ ਨਾਟਕ ਕਰਨਾ ਜਾਣਦੇ ਹੀ ਹੈ। ਉਹਨਾਂ ਨੇ ਲਾਕਡਾਊਨ ਦੇ ਦੌਰਾਨ ਆਪਣੀ ਦਾੜੀ ਵਧਾਉਣੀ ਸ਼ੁਰੂ ਕਰਤੀ, ਵਾਲ ਵਧਾਉਣੇ ਸ਼ੁਰੂ ਕਰਤੇ ਜੀ। ਸ਼ਾਇਦ ਉਹਨਾਂ ਦਾ ਇਹ ਸੀ ਮੈਂ ਕੋਈ ਫਕੀਰ ਨਰੂਦਾ ਧਾਰਨ ਕਰਾਂ, ਕੋਈ ਫਕੀਰ ਕਹਿੰਦਾ ਸੀ, ਕੋਈ ਕਹਿੰਦਾ ਸੀ ਨਹੀਂ ਜੀ ਇਹ ਰਵਿੰਦਰਨਾਥ ਟੈਗੋਰ ਦੀ ਜਿਹੜੀ ਉਹ ਬਣ ਗਏ ਜੀ, ਕੋਈ ਕੁਛ ਵੱਖ ਆਪਣੇ ਜਿਹੜੇ ਸੀ ਵਿਚਾਰ ਸੀ। ਹੁਣ ਉਹਨਾਂ ਨੇ ਉਦੋਂ ਤੇ ਵਾਲ ਆਪਣੇ ਕਟਾਏ ਨਹੀਂ, ਦਾੜੀ ਵੀ ਰੱਖ ਲਈ, ਸਿਰ ਤੇ ਜਿਹੜਾ ਸੀ ਉਹ ਵਾਲ ਵੀ ਰੱਖ ਲਏ, ਤੇ ਅਸੀਂ ਸੋਚਦੇ ਵੀ ਸ਼ਾਇਦ ਆਉਣ ਵਾਲੇ ਸਾਡੇ ਪੱਗ ਵੀ ਬੰਨ ਲੈਣ ਸੀ। ਜਦੋਂ 19 ਮਹੀਨੇ ਇੱਥੇ ਰਹੇ ਨੇ ਪੰਜਾਬ ਦੇ ਵਿੱਚ, ਉਦੋਂ ਪੱਗ ਬੰਨਦੇ ਰਹਿੰਦੇ ਜੀ, ਦਾੜੀ ਬੰਨਦੇ ਰਹਿੰਦੇ, ਬਕਾਇਆ ਤੌਰ ਤੇ ਫੋਟੋਆਂ ਜਿਹੜੀਆਂ ਸੀ ਵਾਇਰਲ ਹੋਈਆਂ ਸੀ ਇਹਨਾਂ ਦੀਆਂ। ਹੁਣ ਇਹਨਾਂ ਨੇ ਜਿਹੜਾ ਵਾ ਜਦੋਂ ਗਏ ਨੇ ਬੰਗਾਲ ਚੋਣ ਦੇ ਵਿੱਚ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਮੈਂ ਤੇ ਰਵਿੰਦਰਨਾਥ ਟੈਗੋਰ ਦਾ ਚੇਲਾ ਵਾ ਜੀ, ਮੈਂ ਤਾਂ ਉਹਨੂੰ ਆਪਣਾ ਇਸ ਮੰਨਦਾ ਜੀ। ਜੇ ਬੰਬੇ ਚਲੇ ਗਏ ਤੇ ਕਹਿਤਾ ਜੀ ਮੈਂ ਮਹਾਰਾਜ ਦਾ ਜਿਹੜਾ ਉਹਦਾ ਚੇਲਾ ਜੀ, ਮੈਂ ਉਹਨੂੰ ਇਸ ਮੰਨਦਾ ਜੀ ਕਿ ਉਹਨਾਂ ਵੀ ਦਾੜੀ ਰੱਖੀ ਸੀ, ਵਾਲ ਰੱਖੀ ਸੀ, ਇਸੇ ਤਰੀਕੇ ਨਾਲ ਇਹਨਾਂ ਵੀ ਰੱਖ ਲਈ ਜੀ। ਹੁਣ ਇਹਨਾਂ ਦੇ ਕੋਲ ਹੋਰ ਮੁੱਦਾ ਹੀ ਨਹੀਂ ਰਹਿ ਗਿਆ, ਮੁੱਦਾ ਇਹੀ ਰਹਿ ਗਿਆ, ਬਸ ਮੁੱਦਾ ਰਹਿ ਗਿਆ। ਤੇ ਹੁਣ ਇਹਨਾਂ ਨੇ ਕੀ ਕੀਤਾ ਵੀ ਆਪਣਾ ਜਿਹੜਾ ਜੀ ਨਾਈ ਉਹਨੂੰ ਵਾਪਸ ਬੁਲਾ ਲਿਆ ਵਾ। ਹੁਣ ਥੋੜੀ ਦਾੜੀ ਤੇ ਥੋੜੇ ਵਾਲ ਕਟਾਉਣੇ ਸ਼ੁਰੂ ਕਰ ਦਿੱਤੇ, ਭਾਈ ਕੱਟ ਦੇ, ਇਹਨਾਂ ਨੂੰ ਲੋੜ ਨਹੀਂ। ਚਲੋ ਵਾਪਸੀ ਮੇਰ ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਫਿਲਹਾਲ ਇੱਕ ਬ੍ਰੇਕ ਦਾ